ਤੁਸੀਂ ਕਰ ਰਹੇ ਹੋ ਰਿਕਾਰਡ? Yes, sir. ਹਾਂ ਠੀਕ ਹੈ, ਓਕੇ। ਸੋ ਜਿਸ ਤਰ੍ਹਾਂ ਟਾਈਟਲ ਦੇ ਵਿੱਚ ਸੀ, ਸੋ ਆਈ ਵਿਲ ਬੀ ਸਪੀਕਿੰਗ ਮਿਕਸਚਰ ਆਫ ਪੰਜਾਬੀ ਐਂਡ ਇੰਗਲਿਸ਼, ਕਿਉਂਕਿ ਕੁਛ ਜਿਹੜੇ ਇੰਗਲਿਸ਼ ਵਰਡਸ ਤੇ ਮੈਨੂੰ ਐਗਜ਼ੈਕਟਲੀ ਟ੍ਰਾਂਸਲੇਸ਼ਨ ਨਹੀਂ ਆਉਂਦਾ, ਬਟ ਆਈ ਐਮ ਸ਼ੋਰ ਦੈਟ ਯੂ ਵਿਲ ਆਲ ਅੰਡਰਸਟੈਂਡ। So the topic is economics and economic policy and the impact of COVID on economic policy. पहली गल ते economics बारे थोड़ी देर I want to comment because many of you are either students or economics or teaching economics or somewhere or the other are related to economics. ਜਿਹੜੀ ਸਾਡੀ traditional economics teaching ਹੈ ਉਹਦੇ ਤੇ ਪਹਿਲਾਂ ਤੋਂ ਹੀ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ ਸੀ, ਪਰ ਜਿਹੜੀ ਹੁਣ ਕੋਵਿਡ ਨਾਲ ਕ੍ਰਾਈਸਿਸ ਪੈਦਾ ਹੋਇਆ ਹੈ ਉਹਦੇ ਨਾਲੋਂ ਉਹ ਜਿਹੜਾ ਕ੍ਰਿਟਿਸਿਜ਼ਮ ਹੋਰ ਵੀ ਸ਼ਾਰਪਨ ਹੋ ਰਿਹਾ। ਉਹਦਾ ਇੱਕ ਜਿਹੜਾ ਮੁੱਖ ਮੁੱਦਾ ਹੋਇਆ ਹੈ ਕਿ ਜਿਹੜੀ ਟ੍ਰੈਡੀਸ਼ਨਲ ਸਾਡੀ ਇਕਨੋਮਿਕਸ ਹੈ ਉਹਦੇ ਵਿੱਚ ਇਕੋਲੋਜੀ ਨਹੀਂ ਆਉਂਦੀ, ਇਨਵਾਇਰਮੈਂਟ ਨਹੀਂ ਆਉਂਦੀ। ਜਿਸ ਤੋਂ ਮੇਰਾ ਭਾਵ ਹੈ ਕਿ ਜੇ ਫॉर ਐਗਜ਼ਾਮਪਲ ਕਿਸੇ ਜਗ੍ਹਾ ਡੀਫੋਰੈਸਟੇਸ਼ਨ ਹੋ ਗਈ ਬਹੁਤ ਜ਼ਿਆਦਾ ਵੱਡੀ, ਔਰ ਉਸ ਡੀਫੋਰੈਸਟੇਸ਼ਨ ਨਾਲ ਫਰਨੀਚਰ ਪੈਦਾ ਹੋ ਗਿਆ ਔਰ ਉਹ ਫਰਨੀਚਰ ਵੇਚਿਆ ਗਿਆ, ਤਾਂ ਜਿਹੜੀ GDP ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਉਹ ਤਾਂ ਸ਼ੋ ਕਰੇਗੀ ਬੜੀ ਰਾਈਜ਼, ਪਰ ਜਿਹੜੀ ਐਕਚੁਅਲ ਕੁਆਲਿਟੀ ਆਫ ਲਾਈਫ ਹੈ ਉਹ ਡਿਟੀਰੀਓਰੇਟ ਹੋ ਗਈ, ਕਿਉਂਕਿ ਜਿਹੜੀ ਏਅਰ ਕੁਆਲਿਟੀ ਪੂਰ ਹੋ ਗਈ ਡੀਫੋਰੈਸਟੇਸ਼ਨ ਨਾਲ, ਜਿਹੜੇ ਜੂਦੇ ਜਾਨਵਰ ਪੰਛੀ ਹੈ ਉਹਨਾਂ ਦਾ ਹੈਬਿਟਾਟ ਖਰਾਬ ਹੋ ਗਿਆ। ਔਰ ਜਿਹੜਾ ਇਹ ਕੋਵਿਡ ਕ੍ਰਾਈਸਿਸ ਆਇਆ ਹੈ ਉਹਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਬੇਸਿਕਲੀ ਨੇਚਰ ਨਾਲ ਖਿਲਵਾੜ ਕਰਨ ਵਾਲਾ ਹੈ, ਕਿ ਜਿਹੜੇ ਇਹ ਚਮਗਿੱਦੜ ਤੋਂ ਕਹਿੰਦੇ ਆ ਕਿ ਬਿਮਾਰੀ ਸ਼ੁਰੂ ਹੋਈ, ਤਾਂ ਇਹਦਾ ਬਿਮਾਰੀ ਦਾ ਸ਼ੁਰੂਆਤ ਇਹ ਹੈ ਕਿ ਜਿਹੜੀਆਂ ਬਿਮਾਰੀਆਂ ਪੰਛੀਆਂ ਤੇ ਜਾਨਵਰਾਂ ਨੂੰ ਹੁੰਦੀਆਂ ਸੀ ਉਹ ਹੁਣ ਆਦਮੀਆਂ ਨੂੰ ਟ੍ਰਾਂਸਫਰ ਹੋਣੀਆਂ ਸ਼ੁਰੂ ਹੋ ਗਈਆਂ। ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜਾ ਕੈਪੀਟਲਿਸਟ ਸਿਸਟਮ ਹੈ ਜਿਹਦੇ ਵਿੱਚ ਅਸੀਂ ਸਾਰੇ ਰਹਿੰਦੇ ਹਾਂ, ਉਹ ਕੈਪੀਟਲਿਸਟ ਸਿਸਟਮ ਪ੍ਰੋਫਿਟੇਬਿਲਿਟੀ ਤੇ ਬੇਸਡ ਹੈ। ਉਹ ਨੈਚੁਰਲ ਰਿਸੋਰਸਿਸ ਨੂੰ ਬੜੀ ਰੂਥਲੈਸਲੀ ਐਕਸਪਲੋਇਟ ਕਰਦੇ ਆ, ਜਿਹਦੇ 'ਚ ਜਿਹੜੇ ਨੈਚੁਰਲ ਹੈਬਿਟਾਟ ਹੈ ਪੰਛੀਆਂ ਦੇ ਜਾਨਵਰਾਂ ਦੇ ਉਹ ਡਿਸਟਰਬ ਹੁੰਦੇ ਆ, ਤੇ ਉਹ ਪੰਛੀ ਆਦਮੀਆਂ ਦੇ ਨੇੜੇ, ਆਦਮੀਆਂ ਤੋਂ ਮੇਰਾ ਭਾਵ ਹੈ ਆਦਮੀ ਜਾਤ ਔਰਤ ਮਰਦ ਸਾਰੇ ਬਰਾਬਰ, ਤੇ ਉਹਦੇ ਨਾਲ ਇੰਟਰੈਕਟ ਕਰਦੇ ਆ, ਉਹਦੇ ਨਾਲ ਟਰਾਂਸਮਿਸ਼ਨ ਵੱਧਦੀ ਹੈ। ਜਿਹੜੀ ਪੁਰਾਣੀ ਇਕਨੋਮਿਕਸ ਹੈ ਉਹ ਇਹਨੂੰ ਅੰਡਰਸਟੈਂਡ ਹੀ ਨਹੀਂ ਕਰਦੀ, ਪਹਿਲੀ ਗੱਲ ਤਾਂ ਇਹ ਹੈ। ਦੂਜਾ GDP ਹੈ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ, ਜਿਹਦਾ ਅਸੀਂ ਇਕਨੋਮਿਕ ਗਰੋਥ ਕਹਿੰਦੇ ਰਹਿੰਦੇ ਹਾਂ ਕਿ 5% ਹੋ ਗਈ 4% ਹੋ ਰਹੀ, ਸਰਕਾਰਾਂ ਉਹ ਪਰਸੈਂਟੇਜ ਨੂੰ ਬੜਾ ਯੂਜ਼ ਕਰਦੀਆਂ ਕਿ ਸਾਡੀ ਵੱਧ ਗਈ ਸਾਡੀ ਘਟ ਗਈ। ਉਹ ਹੈ ਜਿਹੜੀ GDP ਉਹ ਕੈਲਕੂਲੇਟ ਹੁੰਦੀ ਹੈ ਜਿਹੜੀਆਂ ਚੀਜ਼ਾਂ ਬਾਜ਼ਾਰ ਵਿੱਚ ਵੇਚੀਆਂ ਜਾਂਦੀਆਂ, ਜਿਹੜੇ ਕੰਮ ਘਰੇ ਕੀਤੇ ਜਾਂਦੇ ਆ, ਜਿਹੜੇ ਵੇਚੇ ਨਹੀਂ ਜਾਂਦੇ ਖਰੀਦੇ ਨਹੀਂ ਜਾਂਦੇ, ਉਹ GDP 'ਚ ਐਂਟਰ ਨਹੀਂ ਕਰਦੇ। ਔਰ ਉਹਦਾ ਇੱਕ ਵੱਡਾ ਜਿਹੜਾ ਨੁਕਸ ਹੈ ਕਿ ਔਰਤਾਂ ਦਾ ਬਹੁਤ ਵੱਡਾ ਹਿੱਸਾ ਉਹਨਾਂ ਦੇ ਕੰਮ ਦਾ GDP ਦੇ ਵਿੱਚ ਨਹੀਂ ਆਉਂਦਾ। ਉਹਨਾਂ ਨੇ ਘਰ ਦੇ ਵਿੱਚ ਖਾਣਾ ਬਣਾਉਣਾ ਹੈ, ਸਫਾਈ ਕਰਨੀ ਹੈ, ਬੱਚਿਆਂ ਦਾ ਧਿਆਨ ਰੱਖਣਾ ਹੈ, ਕੋਈ ਬਜ਼ੁਰਗ ਹੈ ਉਹਦਾ ਧਿਆਨ ਰੱਖਣਾ ਹੈ, ਇਟ ਇਜ਼ ਨਾਟ ਇਨਕਲੂਡਡ। ਸੋ ਦੇਰ ਇਜ਼ ਜੈਂਡਰ ਬਾਇਸ ਇਨ GDP। ਦੂਜਾ ਇਹ ਹੈ ਕਿ GDP ਜਿਹੜੀ ਕਈ ਵਾਰ ਇਹ ਹੁੰਦਾ ਹੈ ਕਿ ਡਿਸਟਰਕਟਿਵ ਐਕਟੀਵਿਟੀ ਹੈ ਜਿਹੜੀ ਉਹ ਹੁੰਦੀ ਹੈ, ਉਹਦੇ ਨਾਲ GDP ਇਨਕਰੀਜ਼ ਹੁੰਦੀ ਹੈ। ਫॉर ਐਗਜ਼ਾਮਪਲ ਜੇ ਕਿਸੇ ਜਗ੍ਹਾ ਲੜਾਈ ਲੱਗ ਜਾਵੇ, ਲੜਾਈ ਲੱਗਣ ਨਾਲ ਬੜੇ ਹਵਾਈ ਜਹਾਜ਼ ਤੇ ਪੈਟਰਨ ਟੈਂਕਸ ਤੇ ਹੋਰ ਚੀਜ਼ਾਂ ਪੈਦਾ ਹੁੰਦੀਆਂ ਔਰ ਜਿਹੜੇ ਡਿਸਟਰੋਏ ਹੁੰਦੇ ਆ, ਉਹ GDP ਤਾਂ ਸ਼ੋ ਕਰੇਗੀ ਇਨਕਰੀਜ਼ ਹੋਈ ਹੈ, ਪਰ ਲਾਈਫ ਹੈ ਜਿਹੜੀ ਉਹ ਡਿਸਟਰੋਏ ਹੋਈ ਹੈ। ਇਸੇ ਤਰ੍ਹਾਂ ਜੇ ਬਹੁਤ ਲੋਕੀ ਬਿਮਾਰ ਹੋ ਜਾਣ ਤਾਂ ਮੈਡੀਕਲ ਐਕਸਪੈਂਡੀਚਰ ਵੱਧ ਜੇ ਤਾਂ GDP ਤਾਂ ਸ਼ੋ ਕਰੇਗੀ ਕਿ ਇਨਕਰੀਜ਼ ਹੋ ਗਈ, ਪਰ ਐਕਚੁਅਲੀ ਇਹ ਕੁਆਲਿਟੀ ਆਫ ਲਾਈਫ ਬਹੁਤ ਡਿਕਰੀਜ਼ ਹੋ ਗਈ। ਇਸ ਕਰਕੇ ਸਾਨੂੰ ਜਿਹੜਾ ਮੈਕਰੋ ਇਕਨੋਮਿਕ ਇੰਡੀਕੇਟਰ ਹੈ GDP ਦਾ, ਉਹਦੇ ਬਾਰੇ ਵੀ ਸੋਚਣਾ ਪਏਗਾ। ਮੈਂ ਆਉਣ ਵਾਲੇ ਕੁਝ ਦਿਨਾਂ 'ਚ ਇਹਦੇ ਬਾਰੇ ਆਰਟੀਕਲ ਵੀ ਲਿਖਾਂਗਾ। ਔਰ ਦੂਸਰਾ ਜਿਹੜਾ ਮਾਈਕਰੋ ਇਕਨੋਮਿਕਸ ਲੈਵਲ ਤੇ ਜਿਹੜੀ ਪੁਰਾਣੀ ਇਕਨੋਮਿਕਸ ਹੈ ਉਹਦੇ 'ਚ ਵੀ ਬੜਾ ਘੱਟ ਹੈ। ਉਹ ਹੈ ਕਿ ਮਾਈਕਰੋ ਇਕਨੋਮਿਕਸ ਸਾਨੂੰ ਇਹ ਟੀਚ ਕੀਤਾ ਜਾਂਦਾ ਹੈ ਕਿ ਜਿਹੜਾ ਇੰਡੀਵਿਜੂਅਲ ਕੰਜ਼ਿਊਮਰ ਹੈ ਉਹ ਮੈਕਸੀਮਾਈਜ਼ ਕਰੇ ਆਪਣੀ ਯੂਟਿਲਿਟੀ ਮੈਕਸੀਮਾਈਜੇਸ਼ਨ ਹੈ ਉਹਦਾ ਆਬਜੈਕਟਿਵ, ਔਰ ਜਿਹੜਾ ਇੰਡੀਵਿਜੂਅਲ ਫਰਮ ਹੈ ਉਹਦੀ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਆਬਜੈਕਟਿਵ ਹੈ। ਇਹ ਬੇਸਡ ਹੈ ਇਸ ਆਈਡੀਆ ਤੇ ਕਿ ਹਿਊਮਨ ਬੀਇੰਗਸ ਆਰ ਸੈਲਫਿਸ਼, ਕਿ ਜੇ ਉਹ ਆਪਣੀ ਸੈਲਫ ਸੈਟਿਸਫੈਕਸ਼ਨ ਹੈ, ਸੈਲਫ ਮੈਕਸੀਮਾਈਜੇਸ਼ਨ ਯੂਟਿਲਿਟੀ ਦੇ ਪ੍ਰੋਫਿਟ ਕਰਨਗੇ, ਉਹਦੇ ਨਾਲ ਸੋਸਾਇਟੀ ਦਾ ਵੀ ਭਲਾ ਹੋਏਗਾ। ਪਰ ਇਨਫੈਕਟ ਇਹ ਗੱਲ ਹੈ ਨਹੀਂ, ਕਿਉਂਕਿ ਹਿਊਮਨ ਬੀਇੰਗਸ ਆਰ ਨਾਟ ਓਨਲੀ ਸੈਲਫਿਸ਼। of course human being take interest of self interest, but human beings are also cooperative, they also care। ਅਸੀਂ ਫੈਮਿਲੀ ਦੇ ਵਿੱਚ ਇੱਕ ਦੂਜੇ ਦਾ ਧਿਆਨ ਰੱਖਦੇ ਹਾਂ, ਆਪਣੀ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਦਾ ਧਿਆਨ ਰੱਖਦੇ ਹਾਂ, ਆਪਣੀ ਜਿਹੜੀ ਸੈਲਫਿਸ਼ ਇੰਟਰਸਟ ਉੱਪਰ ਜਾ ਕੇ ਰੱਖਦੇ ਹਾਂ। ਤਾਂ ਜਿਹੜੀ ਅਜ਼ੰਪਸ਼ਨ ਹੈ ਨਿਓ ਕਲਾਸੀਕਲ ਇਕਨੋਮਿਕਸ ਦੀ ਉਹ ਬੜੀ ਫਲॉड ਹੈ। ਤੇ ਉਹਦਾ ਇਹ ਵੀ ਹੁੰਦਾ ਹੈ ਕਿ ਜਿਹੜਾ ਪ੍ਰੋਫਿਟ ਮੈਕਸੀਮਾਈਜੇਸ਼ਨ ਜਿਹੜਾ ਮੈਕਸਿਮ ਹੈ ਉਹਦਾ ਵੀ ਇਹ ਹੁੰਦਾ ਹੈ
ਕਿ ਉਹਦੇ ਨਾਲ ਨੈਚੁਰਲ ਰਿਸੋਰਸਿਸ ਹਿਊਮਨ ਰਿਸੋਰਸਿਸ ਡਿਸਟਰੋਏ ਹੋਣ ਦੀ ਰਹਿੰਦੀ ਹੈ। ਇਸ ਕਰਕੇ ਇੱਕ ਤਾਂ ਬੜਾ ਵੱਡਾ ਚੈਲੰਜ ਹੈ ਕਿ ਨਵੀਂ ਇਕਨੋਮਿਕਸ ਪੈਦਾ ਕਰਨ ਦੀ ਲੋੜ ਹੈ। ਜਿਹੜੀ ਪੁਰਾਣੀ ਇਕਨੋਮਿਕਸ ਹੈ ਰਿਡੰਡੈਂਟ ਹੋ ਚੁੱਕੀ ਹੈ, ਉਹਦੇ 'ਚ ਬਹੁਤ ਘਾਟਾਂ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹਦੇ ਸਾਰੇ ਟੂਲਸ ਹੈ ਜਿਹੜੇ ਉਹ ਨਹੀਂ ਯੂਜ਼ ਹੋ ਸਕਦੇ, ਜਿਵੇਂ ਸਪਲਾਈ ਐਂਡ ਡਿਮਾਂਡ ਐਨਾਲਿਸਿਸ ਹੈ, ਉਹਦਾ ਕੁਛ ਹੱਦ ਤੱਕ ਉਹਨੂੰ ਤੁਸੀਂ ਯੂਜ਼ ਕਰ ਸਕਦੇ ਆ, ਪਰ ਉਹਦੇ 'ਚ ਬੜਾ ਵੱਡਾ ਉਹਦੇ 'ਚ ਘਾਟਾ ਹੈ ਪੁਰਾਣੀ ਜਿਹੜੀ ਇਕਨੋਮਿਕਸ ਹੈ, ਮਾਈਕਰੋ ਇਕਨੋਮਿਕਸ ਵੀ ਮੈਕਰੋ ਇਕਨੋਮਿਕਸ ਵੀ। ਫਿਰ ਅਸੀਂ ਉਹਨੂੰ ਇੰਡੀਵਿਜੂਅਲ ਸਬਜੈਕਟਸ 'ਚ ਯੂਜ਼ ਕਰਦੇ ਹਾਂ, ਲੇਬਰ ਇਕਨੋਮਿਕਸ, ਐਗਰੀਕਲਚਰ ਇਕਨੋਮਿਕਸ ਐਟਸਟਰਾ। ਤਾਂ ਪਹਿਲਾਂ ਤਾਂ ਮੈਂ ਪੁਆਇੰਟ ਜਿਹੜਾ ਐਮਫੇਸਾਈਜ਼ ਕਰਨਾ ਚਾਹੁੰਦਾ ਇਹ ਕਿ ਸਾਡੀ ਜਿਹੜੀ ਇਕਨੋਮਿਕਸ ਟੀਚਿੰਗ ਹੈ, ਇਕਨੋਮਿਕਸ ਕਰਿਕੂਲਮ ਹੈ, ਇਕਨੋਮਿਕਸ ਕੰਟੈਂਟ ਹੈ, ਉਹਦੇ 'ਚ ਬੜਾ ਵੱਡਾ ਫਲॉ ਹੈ। ਅਸੀਂ ਆਪਣੇ ਸਟੂਡੈਂਟਸ ਨੂੰ, ਇਹ ਕੋਈ ਤੁਹਾਡਾ ਦੋਸ਼ ਨਹੀਂ ਹੈ, ਇਹ ਸਾਰੇ ਇਕਨੋਮਿਕ ਪ੍ਰੋਫੈਸ਼ਨ ਦਾ ਦੋਸ਼ ਹੈ ਕਿ ਉਹਦੇ ਵਿੱਚ ਇਹ ਜਿਹੜੀ ਗਲਤ ਕਿਸਮ ਦੀ ਇਕਨੋਮਿਕਸ ਪੜ੍ਹਾਈ ਜਾ ਰਹੀ ਹੈ। ਇਹਦੇ ਬਾਰੇ ਲਹਿਰ ਚੱਲ ਰਹੀ ਹੈ ਵੈਸਟ ਦੇ ਵਿੱਚ ਤਾਂ ਬਹੁਤ ਜ਼ਿਆਦਾ, ਸ਼ਾਇਦ ਇੰਡੀਆ ਦੇ ਵਿੱਚ ਵੀ ਥੋੜੀ ਬਹੁਤ ਹੋਵੇ, ਕਿ ਸਾਨੂੰ ਨਵੇਂ ਕਨਸੈਪਟ ਡਿਵੈਲਪ ਕਰਨ ਦੀ ਲੋੜ ਹੈ। ਫॉर ਐਗਜ਼ਾਮਪਲ, ਜੇ ਦੋ ਕੰਟਰੀਜ਼ ਦਾ ਕੰਪੈਰੀਜ਼ਨ ਕਰਨਾ ਤੁਸੀਂ, ਤਾਂ ਉਹਨਾਂ ਦੀ ਸਿਰਫ GDP ਪਰ ਕੈਪੀਟਾ ਨਾ ਕੰਪੈਰੀਜ਼ਨ ਕਰੋ, ਇਹ ਵੀ ਕੰਪੈਰੀਜ਼ਨ ਕਰੋ ਕਿ ਉਹਨਾਂ ਦੀ 에ਅਰ ਕੁਆਲਿਟੀ ਕਿੰਨੀ ਹੈ, ਉਹਨਾਂ ਦੀ ਲਾਈਫ ਐਕਸਪੈਕਟੈਂਸੀ ਕਿੰਨੀ ਹੈ, ਉਹਨਾਂ ਦੀ ਵਾਟਰ ਕੁਆਲਿਟੀ ਕਿੰਨੀ ਹੈ। ਕਿਉਂਕਿ ਦੋ ਕੰਟਰੀਜ਼ ਹੋ ਸਕਦਾ ਹੈ ਕਿ ਉਹਨਾਂ ਦੀ GDP ਪਰ ਕੈਪੀਟਾ ਬਰਾਬਰ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਬਰਾਬਰ ਨੇ, ਪਰ ਇੱਕ ਕੰਟਰੀ ਦੇ ਵਿੱਚ 에ਅਰ ਕੁਆਲਿਟੀ ਬਹੁਤ ਮਾੜੀ ਹੈ, 에ਅਰ ਪੋਲਿਊਸ਼ਨ ਬਹੁਤ ਜ਼ਿਆਦਾ ਹੈ, ਵਾਟਰ ਪੋਲਿਊਸ਼ਨ ਬਹੁਤ ਜ਼ਿਆਦਾ ਹੈ, ਦੂਜੇ ਕੰਟਰੀ 'ਚ ਓਨੀ GDP ਪਰ ਕੈਪੀਟਾ ਪਰ ਉਹਨਾਂ ਦਾ ਪਾਣੀ ਸਾਫ਼ ਹੈ, ਹਵਾ ਸਾਫ਼ ਹੈ, ਤਾਂ ਦੂਜਾ ਕੰਟਰੀ ਬੈਟਰ ਹੈ। ਤਾਂ ਇਹ ਕਰਕੇ ਸਾਨੂੰ ਇੱਕ ਪ੍ਰੋਫਾਈਲ ਤਿਆਰ ਕਰਨਾ ਪਏਗਾ ਰਾਦਰ ਦੈਨ ਡਿਪੈਂਡਿੰਗ ਓਨਲੀ ਔਨ ਦਾ GDP। ਸੋ ਇੱਕ ਤਾਂ ਇਹ ਮੈਂ ਜਿਹੜੇ ਪੁਆਇੰਟ ਰੱਖ ਰਿਹਾ ਬੇਸਿਕਲੀ ਇੰਡੀਕੇਟਰਸ ਨੇ, ਇਹਨਾਂ ਨੂੰ ਡਿਵੈਲਪ ਕੀਤਾ ਜਾ ਸਕਦਾ। ਤੇ ਆਉਣ ਵਾਲੇ ਸਮੇਂ ਸ਼ਾਇਦ ਕੁਝ ਮੈਂ ਆਰਟੀਕਲ ਵੀ ਲਿਖਾਂਗਾ, ਤੇ ਜੇ ਤੁਸੀਂ ਕੰਟੈਕਟ 'ਚ ਰਹੇ ਤਾਂ ਤੁਸੀਂ ਉਹ ਵੀ ਪੜ੍ਹ ਸਕਦੇ ਹੋ। ਤਾਂ ਪਹਿਲੀ ਗੱਲ ਤੇ ਹੈ। ਦੂਜਾ, ਇਕਨੋਮਿਕ ਪਾਲਿਸੀ ਬਾਰੇ। ਇਕਨੋਮਿਕ ਪਾਲਿਸੀ ਦੀਆਂ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਗੋਲ ਕੀ ਹੈ ਇਕਨੋਮਿਕ ਪਾਲਿਸੀ ਦਾ, ਔਰ ਦੂਜਾ ਇੰਸਟਰੂਮੈਂਟਸ ਕਿਹੜੇ ਨੇ ਤੁਹਾਡੇ ਕੋਲੇ ਉਸ ਗੋਲ ਨੂੰ ਅਚੀਵ ਕਰਨ ਲਈ। ਓਕੇ, ਤੇ ਮੈਂ ਪਹਿਲਾਂ ਹੀ ਇੰਡੀਕੇਟ ਕਰ ਚੁੱਕਾ ਹਾਂ ਕਿ ਆਮ ਤੌਰ ਤੇ ਇਕਨੋਮਿਕ ਪਾਲਿਸੀ ਦਾ ਗੋਲ ਹੁੰਦਾ GDP ਨੂੰ ਇਨਕਰੀਜ਼ ਕਰਨਾ। Sir, sorry, I am interrupting you. ਹਾਂਜੀ, actually we have our principal in the group. Ma'am, can you hear me? Ma'am, please unmute yourself. Hello. Yes, ma'am. Yes, ma'am. Welcome. Hello ji. Go ahead with your program. हाँ जी. Okay, ma'am. Okay. सत श्री अकाल Daksha. सत श्री अकाल जी. सत श्री अकाल. Very nice to see you again. Welcome जी. Okay, sir. We'll continue. अच्छी, हाँ, हाँ जी. So दूसरा सी ਜਿਹੜਾ ਇਕਨੋਮਿਕ ਪਾਲਿਸੀ ਬਾਰੇ, ਤੇ ਇਕਨੋਮਿਕ ਪਾਲਿਸੀ ਦੇ ਦੋ ਜਿਹੜੇ ਮੇਨ ਐਸਪੈਕਟਸ ਹੈ ਉਹ ਸਾਨੂੰ ਧਿਆਨ 'ਚ ਰੱਖਣ ਦੀ ਲੋੜ। ਇੱਕ ਤਾਂ ਇਕਨੋਮਿਕ ਪਾਲਿਸੀ ਦਾ ਗੋਲ ਕੀ ਹੈ, ਏਮ ਕੀ ਹੈ, ਦੂਜਾ ਕਿਹੜੇ ਇੰਸਟਰੂਮੈਂਟਸ ਨੇ ਜਿਹੜੇ ਉਸ ਗੋਲ ਨੂੰ ਅਚੀਵ ਕਰਨ ਲਈ ਨੇ। ਇਹਨਾਂ ਦੋਨਾਂ ਚੀਜ਼ਾਂ ਬਾਰੇ ਆਪਾਂ ਵਿਚਾਰ ਕਰਾਂਗੇ। ਉਸ ਕੰਟੈਕਸਟ ਦੇ ਵਿੱਚ ਆਪਣਾ ਇੰਡੀਅਨ ਇਕਨੋਮੀ ਜਿਹੜਾ ਹੁਣ ਪੈਕੇਜ ਹੋਇਆ ਹੈ ਇਹਦੇ ਬਾਰੇ ਵੀ ਥੋੜਾ ਡਿਸਕਸ ਕਰਾਂਗੇ, ਕਿਉਂਕਿ ਬੜੇ ਲੋਕੀ ਇਹਦੇ ਬਾਰੇ ਵਿਚਾਰ ਕਰ ਰਹੇ ਨੇ, ਔਰ ਉਹਦਾ ਪੰਜਾਬ ਇਕਨੋਮੀ ਦੇ ਵਾਸਤੇ ਕੀ ਇੰਪਲੀਕੇਸ਼ਨ ਹੈ ਉਹ ਵੀ ਆਪਾਂ ਡਿਸਕਸ ਕਰਾਂਗੇ। ਤਾਂ ਜਿਹੜਾ ਇਕਨੋਮਿਕ ਪਾਲਿਸੀ ਦਾ, ਜਿਵੇਂ ਮੈਂ ਪਹਿਲਾਂ ਹੀ ਕਰ ਚੁੱਕਾ ਹਾਂ, ਕਿ ਮੈਕਰੋ ਇਕਨੋਮਿਕ ਪਾਲਿਸੀ ਦਾ ਗੋਲ ਮੇਨਲੀ ਇਹ ਹੁੰਦਾ ਕਿ GDP ਵਧਾਉਣਾ ਜਾਂ ਕੁਝ ਹੱਦ ਤੱਕ ਇੰਪਲੋਇਮੈਂਟ ਵਧਾਉਣਾ। ਕਿ ਜੇ ਲੋਕਾਂ ਕੋਲ ਇੰਪਲੋਇਮੈਂਟ ਹੈ ਤਾਂ ਉਹਨਾਂ ਕੋਲੇ ਲਾਈਵਲੀਹੁੱਡ ਹੈ, ਉਹਨਾਂ ਕੋਲ ਇਨਕਮ ਹੈ, ਔਰ ਉਹ ਇਨਕਮ ਨਾਲ ਆਪਣੀਆਂ ਇਕਨੋਮਿਕ ਐਕਟੀਵਿਟੀਜ਼ ਕਰ ਸਕਦੇ। ਉਹਨਾਂ ਵਿੱਚ ਲਿੰਕ ਵੀ ਹੈਗਾ, ਪਰ ਜ਼ਰੂਰੀ ਨਹੀਂ ਹੈ। ਕਈ ਵਾਰ ਇਹ ਵੀ ਹੋ ਸਕਦਾ ਹੈ ਕਿ GDP ਬਹੁਤ ਜ਼ਿਆਦਾ ਵੱਧ ਜਾਵੇ ਪਰ ਇੰਪਲੋਇਮੈਂਟ ਨਾ ਵਧੇ, ਔਰ ਫਿਊਚਰ ਦੇ ਵਿੱਚ ਇਹ ਪ੍ਰੋਬਲਮ ਆਏਗੀ ਕਿਉਂਕਿ ਬਹੁਤ ਵੱਡੇ ਲੈਵਲ ਤੇ ਰੋਬੋਟਾਈਜੇਸ਼ਨ ਹੋ ਰਹੀ ਹੈ, ਡਿਜੀਟਲਾਈਜੇਸ਼ਨ ਹੋ ਰਹੀ ਹੈ, ਔਰ ਖਾਸ ਤੌਰ ਤੇ ਜਿਹੜਾ ਇਹ ਕੋਵਿਡ ਪੀਰੀਅਡ ਦੇ ਵਿੱਚ ਡਿਜੀਟਲਾਈਜੇਸ਼ਨ ਜਿਵੇਂ ਆਪਾਂ ਕਰ ਰਹੇ ਹਾਂ, ਜਿਹੜੀਆਂ ਪਹਿਲਾਂ ਐਕਟੀਵਿਟੀਜ਼ ਲੋਕੀ ਕਾਨਫਰੰਸਾਂ ਕਰਦੇ ਸੀ, ਹੁਣ ਉਹ ਇਸ ਤਰ੍ਹਾਂ ਹੀ ਲੌਂਗ ਡਿਸਟੈਂਸ ਕਾਨਫਰੰਸਿਸ ਹੋ ਰਹੀਆਂ, ਉਹਦੇ ਨਾਲ ਬੜੀ ਵੱਡੀ ਲੇਬਰ ਡਿਸਪਲੇਸਮੈਂਟ ਹੋਏਗੀ, ਬੜੀ ਵੱਡੀ ਅਨਇੰਪਲੋਇਮੈਂਟ ਹੋਏਗੀ। ਸੋ ਸਾਨੂੰ ਇਹ ਦੇਖਣਾ ਹੈ ਕਿ ਜਿਹੜਾ ਪਰਪਸ ਹੈ ਜਿਹੜਾ ਇਕਨੋਮਿਕ ਪਾਲਿਸੀ ਦਾ ਕੀ ਹੈ। ਇੱਕ ਤਾਂ ਇਹ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਇਕਨੋਮਿਕ ਪਾਲਿਸੀ ਦਾ ਪਰਪਸ ਹੈ ਕਿ GDP ਵਧਾਈ ਜਾਵੇ, ਇੰਪਲੋਇਮੈਂਟ ਵਧਾਈ ਜਾਵੇ। ਦੂਜਾ ਇਹ ਹੈ GDP ਦਾ ਪਰਪਸ ਕਿ ਲੋਕਾਂ ਦੀ ਵੈਲਬੀਇੰਗ ਵਧਾਈ ਜਾਵੇ, ਕਿ ਉਹਨਾਂ ਦਾ ਰਹਿਣ ਸਹਿਣ ਦਾ ਢੰਗ, ਉਹਨਾਂ ਦੀ ਸਿਹਤ, ਉਹਨਾਂ ਦਾ ਖੁਸ਼ ਰਹਿਣਾ,
ਉਹਨਾਂ ਦਾ ਆਪਟੀਮਿਜ਼ਮ ਦੇ ਵਿੱਚ ਰਹਿਣਾ, ਇੱਕ ਦੂਜੇ ਨਾਲ ਕੋਆਪਰੇਸ਼ਨ ਕਰਨੀ, ਇੱਕ ਚੰਗੀ ਕਮਿਊਨਿਟੀ ਪੈਦਾ ਕਰਨੀ, ਇਹ ਇੱਕ ਅਲੱਗ ਗੋਲ ਹੈ। ਇੰਡੀਆ ਦੀ ਇਕਨੋਮਿਕ ਪਾਲਿਸੀ ਦੀ, ਜਿਵੇਂ ਬਾਕੀ ਥਾਵਾਂ ਤੇ ਵੀ ਹੈ, ਬਾਕੀ ਥਾਵਾਂ ਤੇ ਚੇਂਜਸ ਆ ਰਹੀਆਂ ਨੇ, ਬੜੀਆਂ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਜਿਵੇਂ ਫਿਨਲੈਂਡ ਦੇ ਵਿੱਚ ਹੁਣ ਇੱਕ ਵੂਮਨ ਪ੍ਰਾਈਮ ਮਿਨਿਸਟਰ ਆਈ ਹੈ, ਔਰ ਉੱਥੇ 4-5 ਪੋਲੀਟੀਕਲ ਪਾਰਟੀਆਂ ਨੇ, ਸਾਰੀਆਂ ਪੋਲੀਟੀਕਲ ਪਾਰਟੀ ਦੀਆਂ ਲੀਡਰ ਔਰਤਾਂ ਨੇ, ਔਰ ਉਹਨਾਂ ਨੇ ਨਵੀਂ ਇਕਨੋਮਿਕ ਪਾਲਿਸੀ ਸ਼ੁਰੂ ਕੀਤੀ ਹੈ। ਔਰ ਇੱਕ ਉਹਨਾਂ ਨੇ ਇੰਡੀਕੇਸ਼ਨ ਕੀਤਾ ਹੈ ਕਿ ਅਸੀਂ 5 ਦਿਨ ਕੰਮ ਨਹੀਂ ਕਰਾਂਗੇ, ਅਸੀਂ ਜਿਹੜਾ ਹਫਤੇ ਦੇ ਵਿੱਚ 4 ਦਿਨ ਹੀ ਕੰਮ ਕਰਾਂਗੇ, ਔਰ ਅਸੀਂ ਸਾਡੀ ਇਨਕਮ ਓਨੀ ਰਹੇਗੀ। ਔਰ ਸਾਨੂੰ, ਕਿਉਂਕਿ ਆਦਮੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਔਰਤਾਂ ਨੂੰ ਘਰ ਦੇ ਵਿੱਚ ਕਿੰਨਾ ਕੰਮ ਕਰਨਾ ਪੈਂਦਾ, ਇਸ ਕਰਕੇ 3 ਦਿਨ ਹੋਣੇ ਚਾਹੀਦੇ ਹਫਤੇ ਦੇ ਵਿੱਚ ਜਿਹੜੇ ਤੁਸੀਂ ਆਪਣੇ ਪਰਿਵਾਰ ਨਾਲ ਸਪੈਂਡ ਕਰ ਸਕੋ। ਤਾਂ ਨਿਊ ਆਈਡੀਆਜ਼ ਆ ਕਮਿੰਗ ਅਪ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਦੀ ਇਕਨੋਮਿਕ ਪਾਲਿਸੀ ਹੈ ਜਿਹੜੀ, ਉਹ ਇਕੱਲੀ ਹੁਣ ਮੋਦੀ ਗਵਰਨਮੈਂਟ ਵੇਲੇ ਨਹੀਂ, ਪਹਿਲਾਂ ਵੀ ਇਸੇ ਗੱਲ ਤੇ ਫੋਕਸ ਰਹੀ ਹੈ ਕਿ GDP ਨੂੰ ਕਿਸ ਤਰ੍ਹਾਂ ਵਧਾਉਣਾ ਹੈ। ਔਰ ਕਦੇ-ਕਦੇ ਇੰਪਲੋਇਮੈਂਟ ਵੱਲ ਵੀ ਧਿਆਨ ਦਿੱਤਾ ਜਾਂਦਾ, ਜਿਵੇਂ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਬਾਰੇ ਸੋਚਿਆ ਜਾਂਦਾ, ਜਾਂ ਲੇਬਰ ਇੰਟੈਂਸਿਵ ਟੈਕਨੀਕਸ ਬਾਰੇ ਸੋਚਿਆ ਜਾਂਦਾ। ਪਰ ਮੁੱਖ ਮੁੱਦਾ ਇਕਨੋਮਿਕ ਪਾਲਿਸੀ ਦਾ ਹੋ ਰਿਹਾ। ਜਿਹੜਾ ਹੁਣ ਪੈਕੇਜ ਦਿੱਤਾ ਹੈ, ਉਸ ਪੈਕੇਜ ਦਾ ਕੰਟੈਂਟ ਕੀ ਹੈ, ਉਹਦੀਆਂ ਆਪਣੇ ਡਿਟੇਲ 'ਚ ਨਹੀਂ ਜਾਂਦੇ ਕਿ ਉਹਦਾ ਪੈਕੇਜ ਕੀ ਹੈ। ਉਹਦਾ ਪੈਕੇਜ ਦਾ ਮੁੱਖ ਪਰਪਸ ਇਹ ਹੈ ਕਿ ਇਕਨੋਮਿਕ ਐਕਟੀਵਿਟੀ ਨੂੰ ਐਕਸਲਰੇਟ ਕਰਨਾ ਹੈ। ਉਸ ਇਕਨੋਮਿਕ ਐਕਟੀਵਿਟੀ ਨੂੰ ਕਿਸ ਤਰ੍ਹਾਂ ਐਕਸਲਰੇਟ ਕਰਨਾ ਹੈ ਕਿ ਲੋਕਾਂ ਦੇ ਹੱਥਾਂ 'ਚ ਪੈਸਾ ਆਵੇ। ਓਕੇ, ਤਾਂ ਇਸ ਕਰਕੇ ਜਿਹੜਾ ਪੈਕੇਜ ਉਹਨਾਂ ਨੇ 2 ਹਿੱਸਿਆਂ ਦੇ ਵਿੱਚ ਪ੍ਰੈਜ਼ੈਂਟ ਕੀਤਾ, ਪਹਿਲਾਂ ਪ੍ਰਾਈਮ ਮਿਨਿਸਟਰ ਨੇ, ਦੂਸਰੇ ਦਿਨ ਫਾਈਨੈਂਸ ਮਿਨਿਸਟਰ ਨੇ। ਔਰ ਪਹਿਲੇ ਦਿਨ ਜਿਹੜਾ ਸੀਗਾ, ਉਹਦਾ ਮੇਨ ਫੋਕਸ ਸੀ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਤੇ ਸੀਗਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਇੰਪਲੋਇਮੈਂਟ ਹੈ ਉਹਦਾ ਬਹੁਤ ਵੱਡਾ ਹਿੱਸਾ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਤੇ, ਕਈ ਜਿਹੜੀਆਂ ਸੈਲਫ ਇੰਪਲੋਇਡ ਐਂਟਰਪ੍ਰਾਈਜ਼ਸ ਵਾਸਤੇ ਹੈ। ਔਰ ਉਹਦਾ ਇੱਕ ਪੋਲੀਟੀਕਲ ਕਾਰਨ ਵੀ ਹੈ। ਉਹਦਾ ਪੋਲੀਟੀਕਲ ਕਾਰਨ ਇਹ ਹੈ ਕਿ BJP ਜਿਹੜੀ ਇਹ ਸਰਕਾਰ ਨੂੰ ਕੰਟਰੋਲ ਕਰ ਰਹੀ ਹੈ, ਉਹਦਾ ਮੇਨ ਜਿਹੜਾ ਵੋਟਰ ਬੇਸ ਹੈ ਉਹ ਸਮਾਲ ਐਂਡ ਮੀਡੀਅਮ ਟ੍ਰੇਡਰ ਕਮਿਊਨਿਟੀ ਦੇ ਵਿੱਚ ਹੈ। ਉਹ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਵੋਟਾਂ ਦੁਬਾਰਾ ਲੈਣਾ ਚਾਹੁੰਦੇ ਸੀ। ਜੇ ਉਹਨੂੰ ਲੱਗਦਾ ਕਿ ਜੇ ਉਹ ਨਾਰਾਜ਼ ਹੋ ਗਏ ਤਾਂ ਅਸੀਂ ਤਾਕਤ ਚੋਂ ਨਹੀਂ ਆਵਾਂਗੇ ਅਗਲੀ ਵਾਰ, ਤਾਂ ਉਹਨਾਂ ਨੇ ਜਿਹੜਾ ਸਾਰਾ ਲੋਨਸ ਦੇ ਪੈਕੇਜ ਤੇ ਇੰਟਰਸਟ ਰੇਟ ਡੈਫਰ ਕਰਨ ਦਾ ਜਾਂ ਟੈਕਸ ਡਿਡਕਸ਼ਨ ਦਾ, ਸਾਰਾ ਉਸ ਕਲਾਸ ਨੂੰ ਖੁਸ਼ ਕਰਨ ਵਾਸਤੇ ਸੀ। ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋਇਆ ਕਿ ਮਾਈਗ੍ਰੈਂਟ ਲੇਬਰ ਹੈ ਜਿਹੜਾ ਵੱਡੀ ਗਿਣਤੀ 'ਚ ਇੱਕ ਥਾਂ ਤੇ ਦੂਜੀ ਥਾਂ ਜਾ ਰਿਹਾ ਹੈ, ਉਹਨਾਂ ਨੂੰ ਕਈ ਥਾਵਾਂ ਤੇ ਮੌਤਾਂ ਹੋ ਚੁੱਕੀਆਂ। ਤਾਂ ਉਹਨੂੰ ਰਿਸਪੌਂਡ ਕਰਨ ਲਈ ਜਿਹੜਾ ਸੈਕੰਡ ਪੈਕੇਜ ਜਿਹੜਾ ਫਾਈਨੈਂਸ ਮਿਨਿਸਟਰ ਨੇ ਕੱਲ ਅਨਾਉਂਸ ਕੀਤਾ, ਉਹਦੇ 'ਚ ਮਾਈਗ੍ਰੈਂਟ ਲੇਬਰ ਤੇ ਲੇਬਰ ਨੂੰ ਵੀ ਉਹਨਾਂ ਨੇ ਕੰਸੀਡਰ ਕੀਤਾ। ਪਰ ਮੁੱਖ ਮੁੱਦਾ ਜਿਹੜਾ ਹੈ ਉਹ ਇਹ ਹੈ ਕਿ ਲਿਕੁਇਡਿਟੀ ਤੋਂ ਭਾਵ ਹੈ ਕੈਸ਼, ਜਿਹੜੀ ਮਨੀ ਇਨਕਮ ਉਹਨਾਂ ਕੋਲੇ, ਲੋਕਾਂ ਕੋਲੇ ਆਈ ਜਾਵੇ। ਔਰ ਜੇ ਤੁਸੀਂ ਉਹਨੂੰ ਧਿਆਨ ਨਾਲ ਨਿਗਾਹ, ਤੁਸੀਂ ਦੁਬਾਰਾ ਵੀ ਪੜ੍ਹਨਾ, ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਰਿਲੀਫ ਦੇਣ ਲਈ ਨਹੀਂ, ਉਹਨਾਂ ਤੇ ਜਿਹੜਾ ਬਰਡਨ ਉਹ ਡਿਲੇ ਕਰਨ ਲਈ ਹੈ ਕਿ ਤੁਹਾਤੋਂ ਹੁਣ ਨਹੀਂ ਲਿਆ ਜਾਏਗਾ, ਤੁਹਾਨੂੰ ਜਿਹੜੀ ਰੀਪੇਮੈਂਟ ਹੁਣ ਨਹੀਂ ਕਰਨੀ ਪਏਗੀ, ਤੁਸੀਂ ਜਿਹੜਾ ਟੈਕਸ ਦੇਣਾ ਸੀ ਹੁਣ ਨਹੀਂ 6 ਮਹੀਨਿਆਂ ਬਾਅਦ ਦੇਣਾ ਪਏਗਾ। ਤੇ ਅਲਟੀਮੇਟਲੀ ਉਹ ਲੋਕਾਂ ਦੇ ਭਾਰ ਤਾਂ ਆਏਗਾ ਹੀ। ਸੋ ਇਟ ਇਜ਼ ਅ ਟੈਂਪਰੇਰੀ ਰਿਲੀਫ। ਇਹ ਠੀਕ ਹੈ, ਟੈਂਪਰੇਰੀ ਰਿਲੀਫ ਜਸਟੀਫਾਈਡ ਹੈਗੀ ਹੈ, ਕਿਉਂਕਿ ਜਦੋਂ ਲੋਕੀ ਕੰਮ ਐਕਟੀਵਿਟੀ ਘੱਟ ਹੈ ਤਾਂ ਉਹਨਾਂ ਨੂੰ ਮਦਦ ਦੇਣ ਦੀ ਲੋੜ ਹੈ। ਪਰ ਉਹਦੇ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨਾ ਵੱਡਾ ਡੈਟ ਹੈ ਜਿਹੜਾ, ਇਹ ਸਰਕਾਰ ਤੇ ਵੀ, ਸੈਂਟਰਲ ਗਵਰਨਮੈਂਟ ਤੇ ਵੀ ਆਏਗਾ, ਸਟੇਟ ਗਵਰਨਮੈਂਟ ਤੇ ਵੀ ਆਏਗਾ, ਇੰਡੀਵਿਜੂਅਲ ਤੇ ਵੀ ਆਏਗਾ। ਪਰ ਜੇ ਆਪਾਂ ਗਵਰਨਮੈਂਟ ਪਾਲਿਸੀ ਦੇ ਧਿਆਨ ਦੇਈਏ ਤਾਂ ਇੰਨਾ ਵੱਡਾ ਡੈਟ ਹੈ ਜਿਹੜਾ, ਉਹ ਉਹਨੂੰ ਕਿਵੇਂ ਸਾਲਵ ਕਰਾਂਗੇ। ਓਕੇ, ਕਿਉਂਕਿ ਜਿਹੜਾ ਜਦੋਂ ਕੋਈ ਸਰਕਾਰ ਖਰਚ ਕਰਦੀ ਹੈ ਤਾਂ ਉਹਦੇ 2 ਹਿੱਸੇ ਹੁੰਦੇ ਆ, ਇੱਕ ਹੁੰਦਾ ਰੈਵਨਿਊ ਤੇ ਇੱਕ ਹੁੰਦਾ ਐਕਸਪੈਂਡੀਚਰ। ਰੈਵਨਿਊ ਹੁੰਦਾ ਟੈਕਸਾਂ ਦੇ ਥਰੂ, ਜਿਹੜੀਆਂ ਹੋਰ ਪਬਲਿਕ ਸੈਕਟਰ ਉਹਨਾਂ ਦੀ ਯੂਨਿਟਸ ਉਹਨਾਂ ਤੋਂ ਪ੍ਰੋਫਿਟ ਅਰਨ ਕਰਦੇ ਆ ਐਕਸਾਈਜ਼ ਡਿਊਟੀ ਦੇ ਥਰੂ। ਤੇ ਐਕਸਪੈਂਡੀਚਰ ਹੈ ਜਿਹੜਾ ਉਹਨਾਂ ਨੂੰ ਹਸਪੀਟਲ ਤੇ, ਸਕੂਲਸ ਤੇ, ਰੋਡਸ ਤੇ, ਡਿਫੈਂਸ ਤੇ, ਪੁਲਿਸ ਤੇ, ਸਿਵਲ ਐਡਮਿਨਿਸਟ੍ਰੇਸ਼ਨ ਤੇ, ਜਿੱਥੇ ਵੀ ਸਰਕਾਰ ਦੇ ਖਰਚੇ ਹੁੰਦੇ ਆ ਉੱਥੇ ਖਰਚ ਕਰਨੇ ਪੈਂਦੇ ਆ। ਜਦੋਂ ਉਹਨਾਂ ਦੇ ਵਿੱਚ ਫਰਕ ਪੈ ਜਾਂਦਾ, ਜਦੋਂ ਤੁਹਾਡਾ ਜਿਹੜਾ ਰੈਵਨਿਊ ਐਕਸਪੈਂਡੀਚਰ ਨਾਲੋਂ ਘੱਟ ਹੋ ਜਾਂਦਾ, ਤੁਹਾਨੂੰ ਡੈਫਿਸਿਟ ਹੋ ਜਾਂਦੇ ਆ। ਤਾਂ ਉਸ ਡੈਫਿਸਿਟ ਨੂੰ ਪੂਰੇ ਕਰਨ ਦਾ ਕੀ ਤਰੀਕਾ ਹੈ? ਇੱਕ ਤਰੀਕਾ ਤਾਂ ਇਹ ਹੈ ਕਿ ਤੁਸੀਂ ਬਾਰੋ ਕਰੋ। ਬਾਰੋ ਕਰਨ ਤੋਂ ਮੇਰਾ ਭਾਵ ਇਹ ਹੈ ਕਿ ਲੋਕਾਂ ਤੋਂ ਬਾਰੋ ਕਰੇ, ਉਹਨਾਂ ਨੂੰ ਬੌਂਡਸ ਵੇਚ ਦਿਓ ਤੇ ਉਹਨਾਂ ਦਾ ਪੈਸਾ ਤੁਹਾਡੇ ਕੋਲ ਆ ਜਾਏਗਾ, ਤੁਸੀਂ ਉਹ ਸਰਕਾਰ ਉਹਨੂੰ ਉਸ ਪੈਸੇ ਨਾਲ ਖਰਚ ਕਰ ਸਕਦੀ। ਦੂਜਾ ਇਹ ਹੈ ਕਿ ਸਰਕਾਰ ਕੋਲੇ ਇੱਕ ਯੂਨੀਕ ਰਾਈਟ ਹੁੰਦਾ ਹੈ ਕਿ ਉਹ ਕਰ ਸਕਦੇ ਹੈ, ਕੁਆਂਟੀਟੇਟਿਵ ਈਜ਼ੀਲੀ ਕਹਿੰਦੇ ਆ। ਤਾਂ ਸਰਕਾਰਾਂ ਦੋਨੇ ਤਰੀਕਾਂ ਯੂਜ਼ ਕਰਦੀਆਂ। ਹੁਣ ਵੀ ਹੈ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਹੈ, ਬੜੀ ਵੱਡੀ ਗਿਣਤੀ 'ਚ ਨਵਾਂ ਪੈਸਾ ਕ੍ਰੀਏਟ ਕਰ ਰਹੀ ਹੈ।
ਇਹ ਇੱਕ ਯੂਨੀਕ ਉਹਨਾਂ ਦੀ ਆਪਰਚੁਨਿਟੀ ਇੱਕ ਇੰਡੀਵਿਜੂਅਲ ਕੋਲੇ ਨਹੀਂ ਹੁੰਦੀ। ਜੋ ਸਾਡੇ ਕੋਲੇ ਆਮਦਨ ਘੱਟ ਹੋਵੇ, ਖਰਚਾ ਹੋਵੇ, ਅਸੀਂ ਥੋੜੇ ਪ੍ਰਿੰਟ ਕਰ ਸਕਦੇ ਹਾਂ, ਪਰ ਸਰਕਾਰ ਕੋਲੇ ਇੱਕ ਰਾਈਟ ਹੁੰਦਾ ਹੈ। ਪਰ ਇਹ ਜਿਹੜਾ ਰਾਈਟ ਹੈ ਇਹਨੂੰ ਅਨਲਿਮਿਟਿਡ ਨਹੀਂ ਯੂਜ਼ ਕਰ ਸਕਦੇ, ਓਕੇ, ਕਿਉਂਕਿ ਅਲਟੀਮੇਟਲੀ ਜੇ ਜ਼ਿਆਦਾ ਮਨੀ ਸਰਕੂਲੇਸ਼ਨ ਹੋ ਜਾਏਗੀ ਤਾਂ ਇਨਫਲੇਸ਼ਨ ਰਾਈਜ਼ ਹੋ ਜਾਏਗਾ, ਇਨਫਲੇਸ਼ਨ ਰਾਈਜ਼ ਹੋ ਜਾਏਗਾ, ਲੋਕਾਂ ਦਾ ਲਿਵਿੰਗ ਸਟੈਂਡਰਡ ਘੱਟ ਹੋਏਗਾ ਔਰ ਇੰਟਰਨੈਸ਼ਨਲ ਲੈਵਲ ਤੇ ਕੰਪੈਟੀਟਿਵਨੈਸ ਨਹੀਂ ਰਹੇਗੀ। ਇਸ ਕਰਕੇ ਅਨਲਿਮਿਟਿਡ ਨਹੀਂ ਕਰ ਸਕਦੇ। ਤਾਂ ਇੱਕ ਤਰੀਕਾ ਤਾਂ ਇਹ ਹੈ ਉਹਨੂੰ ਉਸ ਆਪਣੇ ਨੂੰ ਰੈਵਨਿਊ ਨੂੰ ਵਧਾਉਣ ਦਾ, ਕਿ ਸਰਕਾਰ ਕੋਲੇ ਪੈਸਾ ਹੈਗਾ। ਦੂਜਾ ਇਹ ਹੈ ਕਿ ਲੋਕਾਂ ਦੇ ਟੈਕਸ ਲਾਏ ਜਾਣ। ਹੁਣ ਟੈਕਸ ਦਾ ਮਾਮਲਾ ਜਿਹੜਾ ਬੜਾ ਇੰਟਰਸਟਿੰਗ ਹੈ ਕਿ ਸਾਡੇ ਮੁਲਕ ਦੇ ਵਿੱਚ ਅਮੀਰਾਂ ਤੇ ਟੈਕਸ ਘਟ ਰਹੇ ਹੈ ਤੇ ਜਿਹੜੀ ਮਿਡਲ ਕਲਾਸ ਹੈ ਤੇ ਗਰੀਬ ਲੋਕੀ ਆ ਉਹਨਾਂ ਦੇ ਟੈਕਸ ਵਧਦੇ ਰਹੇ ਹੈ। ਸਾਨੂੰ ਇਹ ਹੁਣ ਇੱਕ ਬਹੁਤ ਵੱਡੀ ਚੇਂਜ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਮੀਰਾਂ ਤੇ ਟੈਕਸ ਲਾਉਣੇ ਪੈਣਗੇ, ਜਿਨ੍ਹਾਂ ਕੋਲੇ ਬਹੁਤ ਵੱਡੀਆਂ ਜ਼ਮੀਨਾਂ ਨੇ, ਜਾਇਦਾਦਾਂ ਨੇ, ਵੱਡੇ ਇੰਡਸਟਰੀਜ਼ ਨੇ, ਵੱਡੀਆਂ ਬੈਂਕਿੰਗ ਨੇ, ਪ੍ਰੋਪਰਟੀਜ਼ ਨੇ, 300 ਕਮਰਿਆਂ ਦੇ ਘਰ ਨੇ ਬੰਬਈ ਦੇ ਵਿੱਚ, ਉਹਨਾਂ ਲੋਕਾਂ ਤੇ ਟੈਕਸ ਲਾ ਕੇ ਰੈਵਨਿਊ ਰੇਜ਼ ਕਰਨਾ ਪਏਗਾ ਤਾਂ ਕਿ ਇਸ ਗੈਪ ਨੂੰ ਤੇਜ਼ ਕੀਤਾ ਜਾਵੇ। ਔਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਸਾਡੀਆਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, EMPLOYEES ਦੀਆਂ, ਉਹਨਾਂ ਨੂੰ ਸਾਰਿਆਂ ਨੂੰ ਇਹ ਕੈਂਪੇਨ ਕਰਨਾ ਪਏਗਾ, ਸੈਂਟਰਲ ਮੁੱਦਾ ਹੋਏਗਾ। ਅੱਜ ਦੇ ਪੰਜਾਬੀ ਟ੍ਰਿਬਿਊਨ 'ਚ ਮੇਰਾ ਆਰਟੀਕਲ ਛਪਿਆ ਹੈ ਇਸੇ ਇਸ਼ੂ ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਜਿਹੜੇ ਪੰਜਾਬੀ ਪੜ੍ਹ ਸਕਦੇ ਤੁਸੀਂ ਕਿ ਉਹ ਪੜ੍ਹੋ। ਉਹੀ ਆਰਟੀਕਲ ਥੋੜਾ ਬਹੁਤ ਚੇਂਜ ਨਾਲ 2 ਮਈ ਨੂੰ ਅੰਗਰੇਜ਼ੀ ਟ੍ਰਿਬਿਊਨ 'ਚ ਵੀ ਆਇਆ ਸੀ, ਤਾਂ ਤੁਸੀਂ ਉਹਦੇ 'ਚ ਵੀ ਪੜ੍ਹ ਸਕਦੇ ਹੋ, ਜਿਹਦੇ 'ਚ ਮੈਂ ਸੁਜੈਸਟ ਕੀਤੀ ਹੈ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ। ਤੇ ਜਿਹੜਾ ਇਹ ਪੈਕੇਜ ਹੈ ਤਾਂ ਇੱਕ ਤਾਂ ਉਹਦਾ ਜਿਹੜਾ ਮੁੱਖ ਮੁੱਦਾ ਇਹ ਹੈ ਕਿ ਡੈਟ ਵਧਾਇਆ ਜਾਵੇ, ਪਰ ਉਸ ਡੈਟ ਨਾਲ ਡੀਲ ਕਿਸ ਤਰ੍ਹਾਂ ਕਰਨਾ ਹੈ ਉਹ ਕੁਝ ਨਹੀਂ ਹੈਗਾ। ਇਸ ਪੱਖੋਂ ਜਿਹੜਾ ਪੈਕੇਜ ਹੈ ਬੜਾ ਇਨਸਿਪਿਡ ਹੈ, ਅਨਇਮੈਜਿਨੇਟਿਵ ਹੈ, ਕੋਈ ਮਤਲਬ ਵਿਜ਼ਨ ਨਹੀਂ ਹੈ। ਇਹ ਸਿਰਫ ਜੰਬਲ ਆਫ ਸਟੈਟਿਸਟਿਕਸ ਔਰ ਉਹ ਵੀ ਬਿਊਰੋਕ੍ਰੈਟਿਕ ਕਿਸਮ ਦੇ ਲੋਕਾਂ ਨੂੰ ਬੰਬੂਜ਼ਲ ਕਰਨ ਲਈ ਕਿ ਇੰਨੇ ਵੱਡੇ ਕਰੋੜ, ਇੰਨੇ ਲੱਖ ਕਰੋੜ ਦੀ ਪੈਕੇਜ ਆ ਰਿਹਾ ਹੈ। ਇਹ ਮੀਡੀਆ ਐਕਸਰਸਾਈਜ਼ ਹੈ, ਪਬਲਿਕ ਰਿਲੇਸ਼ਨਸ ਐਕਸਰਸਾਈਜ਼ ਹੈ, ਔਰ ਉਹਦੀ ਜਿਹੜੀ ਉਹਨੂੰ ਯੂਜ਼ ਕਿਵੇਂ ਕਰਨਾ ਹੈ, ਉਹਦੀ ਇੰਪਲੀਮੈਂਟੇਸ਼ਨ ਕਿਵੇਂ ਹੋਣੀ ਹੈ, ਉਹਦੇ ਬਾਰੇ ਕੋਈ ਡਿਟੇਲਸ ਨਹੀਂ। ਜਿਵੇਂ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ ਕਿ ਇਹ ਕਿਹਾ ਗਿਆ ਕਿ ਜਿਹੜੇ ਮਾਈਗ੍ਰੈਂਟ ਲੇਬਰ ਨੇ ਉਹਨਾਂ ਲਈ ਅਸੀਂ ਟਰਾਂਸਪੋਰਟ ਅਰੇਂਜ ਕਰਾਂਗੇ, ਓਕੇ, ਕਿ ਇੱਕ ਥਾਂ ਤੋਂ ਜਿੱਥੋਂ ਉਹਨਾਂ ਨੇ ਆਪਣੇ ਘਰਾਂ 'ਚ ਜਾਣਾ ਹੈ। ਪੰਜਾਬ ਸਰਕਾਰ ਨੇ ਵੀ ਕੀਤਾ, ਹੋਰਨਾਂ ਥਾਵਾਂ ਤੇ ਕੀਤਾ। ਕੱਲ ਦੀ ਖਬਰ ਇਹ ਹੈ ਕਿ ਜਿਹੜੇ ਮਾਈਗ੍ਰੈਂਟ ਲੇਬਰ ਪੰਜਾਬ ਤੋਂ, ਇਹ ਇਕੱਲੇ ਪੰਜਾਬ ਦੀ ਐਗਜ਼ਾਮਪਲ ਨਹੀਂ, ਬਾਕੀ ਥਾਵਾਂ ਤੇ ਵੀ ਹੋ ਰਿਹਾ, ਪੰਜਾਬ ਤੋਂ ਬਿਹਾਰ ਜਾਣਾ ਚਾਹੁੰਦੇ ਸੀ, ਉਹਨਾਂ ਵਾਸਤੇ ਕੋਈ ਨਾ ਬੱਸਾਂ ਸੀ ਨਾ ਟ੍ਰੇਨ ਸੀ, ਉਹਨਾਂ ਨੇ ਪ੍ਰਾਈਵੇਟ ਬੱਸਾਂ ਹਾਇਰ ਕੀਤੀਆਂ ਔਰ ਹਰ ਮਜ਼ਦੂਰ ਨੇ 5-5 ਹਜ਼ਾਰ ਚਾਰਨ ਰੁਪਏ ਕੀਤਾ। ਜਿਹੜੇ ਲੋਕੀ ਇੰਨੀ ਮਿਹਨਤ ਨਾਲ ਕਮਾਉਂਦੇ ਆ ਉਹਨਾਂ ਤੋਂ 5-5 ਹਜ਼ਾਰ ਰੁਪਈਆ ਲੈ ਕੇ ਉਹ ਵਿਚਾਰੇ ਘਰੇ ਵਾਪਸ ਜਾ ਰਹੇ ਆ। ਇਹ ਲਿਖਤੀ ਕਰਤਾ ਕਿ ਉਹਨਾਂ ਲਈ ਇੱਕ ਟ੍ਰੇਨਸ ਹੋਣਗੀਆਂ, ਉਹਨਾਂ ਲਈ ਬੱਸਾਂ ਹੋਣਗੀਆਂ। ਤਾਂ ਇਹੀ ਪ੍ਰੋਬਲਮ ਇਸ ਪੈਕੇਜ ਦੇ ਵਿੱਚ ਹੈ ਕਿ ਉਹਦੀ ਡਿਟੇਲਸ ਇੰਪਲੀਮੈਂਟੇਸ਼ਨ ਦਾ ਕੋਈ ਪ੍ਰੋਸੈਸ ਨਹੀਂ ਹੈ ਕਿ ਜਿਹੜੇ ਆਫਰ ਕੀਤਾ ਗਿਆ ਉਹ ਕਿਵੇਂ ਮਿਲੇਗਾ ਉਹਨਾਂ ਲੋਕਾਂ ਨੂੰ। ਤਾਂ ਉਹ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰ ਸਕਦੇ ਹਾਂ ਕੀ ਫਲॉज ਨੇ। ਦੂਜਾ ਇਹ ਹੈ ਕਿ ਇਹ ਜਿਹੜੀ ਇੱਕ ਅਪਰਚੁਨਿਟੀ ਸੀ, ਇਹ ਐਡਾ ਵੱਡਾ ਕ੍ਰਾਈਸਿਸ ਜਦੋਂ ਪੈਦਾ ਹੁੰਦਾ ਹੈ ਤਾਂ ਉਹਦੇ ਵਿੱਚ ਕ੍ਰਾਈਸਿਸ ਵੀ ਹੁੰਦਾ, ਥ੍ਰੈਟਸ ਵੀ ਹੁੰਦੀਆਂ ਤੇ ਅਪਰਚੁਨਿਟੀਜ਼। ਇਸ ਪੀਰੀਅਡ ਦੇ ਵਿੱਚ ਵੱਡੀ ਜਿਹੜੀ ਥ੍ਰੈਟ ਹੈ ਉਹ ਹੈ ਅਨਇੰਪਲੋਇਮੈਂਟ। ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਅਨਇੰਪਲੋਇਮੈਂਟ ਹੋਏਗੀ, ਉਹਨਾਂ ਦੀ ਜਿਹੜੀ ਨਿੱਕੀ ਨਿੱਕੀਆਂ ਐਕਟੀਵਿਟੀਜ਼ ਆ ਉਹ ਨਹੀਂ ਰਹਿ ਸਕਣਗੀਆਂ। ਔਰ ਦੂਜਾ ਉਹ ਇਸੇ ਕਰਕੇ ਉਹਨਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਘੱਟ ਹੋਏਗੀ। ਤਾਂ ਇਹ ਤਾਂ ਥ੍ਰੈਟ ਹੈ। ਅਪਰਚੁਨਿਟੀ ਇਹ ਹੈ ਕਿ ਬੜਾ ਕੁਝ ਨਵਾਂ ਕੀਤਾ ਜਾ ਸਕਦਾ ਹੈ। ਉਹਦੇ 'ਚ ਮੈਂ ਤੁਹਾਨੂੰ 2-3 ਚੀਜ਼ਾਂ ਹੀ ਤੁਹਾਡੇ ਸਾਹਮਣੇ ਲਿਆਉਣੀ ਚਾਹੁੰਦਾ। ਸਰਕਾਰ ਨੇ ਹਾਊਸਿੰਗ ਬਾਰੇ ਮੈਂਸ਼ਨ ਕੀਤਾ ਕਿ ਅਸੀਂ ਨਾ ਚੀਪ ਹਾਊਸਿੰਗ ਪ੍ਰੋਜੈਕਟ ਲਵਾਂਗੇ, ਪਬਲਿਕ ਸੈਕਟਰ ਦੇ ਵਿੱਚ ਵੀ, ਪ੍ਰਾਈਵੇਟ ਸੈਕਟਰ ਦੇ ਵਿੱਚ ਵੀ। ਪਰ ਉਸ ਹਾਊਸਿੰਗ ਦੇ ਵਿੱਚ ਕੋਈ ਵੀ ਇੱਕ ਵੀ ਮੈਂਸ਼ਨ ਨਹੀਂ ਹੈ ਕਿ ਕਿਸ ਤਰ੍ਹਾਂ ਦੀ ਹਾਊਸਿੰਗ ਬਣਾਉਣੀ ਹੈ, ਓਕੇ। ਜੇ ਸਰਕਾਰ ਦੇ ਵਿੱਚ ਇਮੈਜੀਨੇਸ਼ਨ ਹੁੰਦੀ, ਸਿਆਣੇ ਪਾਲਿਸੀ ਐਡਵਾਈਜ਼ਰਸ ਹੁੰਦੇ, ਤਾਂ ਉਹ ਕਹਿੰਦੇ ਕਿ ਜਿਹੜੇ ਨਵੇਂ ਘਰ ਹੋਣਗੇ ਇਹ એનર્ਜੀ ਐਫੀਸ਼ੀਐਂਟ ਘਰ ਹੋਣਗੇ, ਇਹ ਸੋਲਰ એનર્ਜੀ ਨਾਲ ਪੈਦਾ ਕੀਤੇ ਜਾਣਗੇ। ਉਹਨਾਂ ਦਾ ਮਟੀਰੀਅਲ ਹੈ ਜਿਹੜਾ ਸੀਮੈਂਟ ਤੇ ਘੱਟ ਹੋਏਗਾ, ਉਹਨਾਂ ਦਾ ਮਟੀਰੀਅਲ ਹੈ ਜਿਹੜਾ ਗਲਾਸ ਘੱਟ ਹੋਏਗਾ। ਕਿਉਂਕਿ ਤੁਹਾਡੇ ਜਿਹੜੇ ਛੋਟੇ ਨੇ ਉਹਨਾਂ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ, ਪਰ ਤੁਸੀਂ ਆਪਣੇ ਬਜ਼ੁਰਗਾਂ ਨਾਲ ਗੱਲ ਕਰੋ। ਪੁਰਾਣੇ ਜ਼ਮਾਨੇ 'ਚ ਪਿੰਡਾਂ 'ਚ ਘਰ ਹੁੰਦੇ ਸੀ ਕੱਚੇ ਘਰ। ਉਹਨਾਂ ਕੱਚੇ ਘਰਾਂ ਦੇ ਵਿੱਚ ਨਾ ਤਾਂ ਗਰਮੀ ਜ਼ਿਆਦਾ ਲੱਗਦੀ ਸੀ ਨਾ ਸਰਦੀ ਜ਼ਿਆਦਾ ਲੱਗਦੀ ਸੀ। ਉਹ ਲੋਕਾਂ ਨੇ ਆਪਣੀ ਵਿਜ਼ਡਮ ਦੇ ਥਰੂ ਅਡਾਪਟ ਕੀਤੇ ਸੀ। ਹੁਣ ਜਿਹੜੇ ਨਵੇਂ ਘਰ ਆ ਰਹੇ ਆ ਸੀਮੈਂਟ ਦੇ ਆ, ਉਹ ਇੱਕਦਮ ਤਪ ਜਾਂਦੇ ਆ ਜਦੋਂ ਗਰਮੀ ਆਉਂਦੀ ਹੈ, ਸਰਦੀਆਂ 'ਚ ਠੰਡੇ ਹੋ ਜਾਂਦੇ ਆ। ਤਾਂ ਸਾਨੂੰ ਨਵੇਂ ਹਾਊਸਿੰਗ ਡਿਜ਼ਾਈਨ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਜਿਹੜਾ ਸਰਕਾਰ ਨੇ ਜਿਹੜਾ ਟਰਾਂਸਪੋਰਟ ਨੈਟਵਰਕ ਹੈ ਉਹਦੇ ਬਾਰੇ ਨਹੀਂ ਸੋਚਿਆ। ਸਾਨੂੰ ਬੜੀ ਵੱਡੀ ਗਿਣਤੀ ਵਿੱਚ ਜਿਹੜਾ ਟਰਾਂਸਪੋਰਟ ਨੈਟਵਰਕ ਆ ਉਹਨੂੰ ਚੇਂਜ ਕਰਨਾ ਪਏਗਾ।
ਜਿਹਦੇ 'ਚ ਆਇਲ ਦਾ ਯੂਜ਼ ਘੱਟ ਕਰਨਾ ਪਏਗਾ, ਕਾਰਾਂ ਦਾ ਯੂਜ਼ ਘੱਟ ਕਰਨਾ ਪਏਗਾ, ਪਬਲਿਕ ਟਰਾਂਸਪੋਰਟ ਨੂੰ ਵਧਾਉਣਾ ਪਏਗਾ, ਔਰ ਉਹਦੇ ਨਾਲ ਹੀ ਸਾਈਕਲਿੰਗ ਨੂੰ ਤੇ ਵਾਕਿੰਗ ਨੂੰ ਪ੍ਰਮੋਟ ਕਰਨਾ ਪਏਗਾ। ਜਿਵੇਂ ਸਾਈਕਲਿੰਗ ਦਾ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਜੇ ਥੋੜੀ ਜਿਹੀ ਸਰਕਾਰ ਇਹ ਇਮੈਜੀਨੇਟਿਵ ਹੁੰਦੀ ਤਾਂ ਇਹ ਸੋਚਦੀ ਕਿ ਅਸੀਂ ਪਬਲਿਕ ਟਰਾਂਸਪੋਰਟ ਹੈ ਜਿਹੜਾ ਉਹਨੂੰ ਅਸੀਂ ਰੀਅਰੇਂਜ ਕਰਾਂਗੇ, ਸੜਕਾਂ ਨੂੰ ਰੀਅਰੇਂਜ ਕਰਾਂਗੇ, ਸੜਕਾਂ ਤੇ ਇੱਕ ਸਾਈਕਲ ਪਾਥ ਅਲੱਗ ਹੋਏਗਾ, ਔਰ ਜਿਹੜਾ ਸਾਈਕਲ ਵਾਸਤੇ ਅਸੀਂ ਇੰਟਰਸਟ ਫ੍ਰੀ ਲੋਨ ਦੇਵਾਂਗੇ, ਤੇ ਇਹਦੇ ਨਾਲ ਸਾਈਕਲ ਇੰਡਸਟਰੀ ਨੂੰ ਬੜੀ ਵੱਡੀ ਮਿਲਣੀ ਸੀ ਪਹੁੰਚ, ਉਹਦੇ ਨਾਲ ਨਵੀਂ ਇੰਪਲੋਇਮੈਂਟ ਕ੍ਰੀਏਟ ਹੋਣੀ ਸੀ। ਇਸ ਕਰਕੇ ਜੇ ਤੁਸੀਂ ਨਵੇਂ ਘਰ ਬਣਾਉਣੇ ਆ ਜਿਹੜੇ ਕਿ ਗ੍ਰੀਨ ਹਾਊਸਸ ਜਿਹੜੇ ਕਿ ਗ੍ਰੀਨ ਐਫੀਸ਼ੀਐਂਟ ਹੋਣ, ਤਾਂ ਤੁਹਾਨੂੰ ਨਵੇਂ ਕਿਸਮ ਦੇ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਨਵੇਂ ਕਿਸਮ ਦੇ ਗ੍ਰੀਨ ਪਲੰਬਰ ਦੀ ਲੋੜ ਹੈ, ਗ੍ਰੀਨ ਮਕੈਨਿਕਸ ਦੀ ਲੋੜ ਹੈ, ਤੇ ਉਹਦੇ ਨਾਲ ਨਵੀਆਂ ਗ੍ਰੀਨ ਜੌਬਸ ਪੈਦਾ ਹੋਣਗੀਆਂ। ਇਹ ਬੜਾ ਵੱਡਾ ਮਿਸਿੰਗ ਅਪਰਚੁਨਿਟੀ ਜਿਹੜੀ ਇਹਨਾਂ ਨੇ ਯੂਟਿਲਾਈਜ਼ ਨਹੀਂ ਕੀਤੀ। ਤੇ ਇੱਥੋਂ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਜਿਹੜਾ ਹੈ ਇਹਨੂੰ ਕੀ ਆਲਟਰਨੇਟਿਵ ਅਸੀਂ ਕੀ ਪੇਸ਼ ਕਰੀਏ। ਆਲਟਰਨੇਟਿਵ ਪੇਸ਼ ਕਰਨ ਤੋਂ ਮੈਂ ਜਿਹੜਾ ਸੁਜੈਸਟ ਕਰਦਾ ਹੈ ਕਿ ਸਾਨੂੰ ਨਵੀਂ ਗ੍ਰੀਨ ਨਿਊ ਡੀਲ ਦੀ ਲੋੜ ਹੈ। ਇਹ ਲਫ਼ਜ਼ ਕਿੱਥੋਂ ਆਇਆ? ਇਹ ਲਫ਼ਜ਼ ਆਇਆ ਕਿ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ ਤਾਂ ਯੂਰਪ ਤੇ ਅਮਰੀਕਾ ਜ਼ਿਆਦਾ ਇਨਵੋਲਵ ਸੀ, ਯੂਰਪ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਕਸ਼ਨ ਹੋਈ ਸੀ, ਤਾਂ ਇੱਥੇ ਨਿਊ ਡੀਲ ਚੱਲੀ ਸੀ ਜਿਹਦਾ ਪਰਪਸ ਸੀ ਕਿ ਸਰਕਾਰਾਂ ਇਕਨੋਮਿਕ ਐਕਟੀਵਿਟੀ ਦੇ ਵਿੱਚ ਪੂਰੀਆਂ ਪਾਰਟਿਸਿਪੇਟ ਕਰਦੀਆਂ। ਤਾਂ ਹੁਣ ਜਿਹੜਾ ਪੀਰੀਅਡ ਹੈ ਉਹਦੇ 'ਚ ਅਸੀਂ ਆਰਗੂ ਇਹ ਕਰ ਰਹੇ ਹਾਂ ਕਿ ਸਾਨੂੰ ਨਿਊ ਗ੍ਰੀਨ ਡੀਲ ਦੀ ਲੋੜ ਹੈ, ਜਿਹਦੇ 'ਚ ਇਹ ਪਤਾ ਲੱਗਣਾ ਚਾਹੀਦਾ ਸਾਨੂੰ ਕਿ ਜਿਹੜਾ ਕੈਪੀਟਲਿਜ਼ਮ ਹੈ, ਸਿਸਟਮ ਹੈ ਜਿਹੜਾ ਐਜ਼ ਐਨ ਇਕੋਨਮੀ, ਇਹ ਬੜਾ ਬ੍ਰੋਕਨ ਸਿਸਟਮ ਹੈ। ਇਹਦੇ ਬ੍ਰੋਕਨ ਹੋਣ ਦੇ ਜਿਹੜੇ ਇੰਡੀਕੇਸ਼ਨਸ ਨੇ, ਬ੍ਰੋਕਨ ਹੋਣ ਦੇ ਆਊਟਕਮ ਨੇ, ਉਹ ਸਾਡੇ ਸਾਹਮਣੇ ਆ ਰਹੇ ਨੇ ਕਿ ਨੇਚਰ ਡਿਸਟਰੋਏ ਹੋ ਰਹੀ ਹੈ। ਨੇਚਰ ਡਿਸਟਰੋਏ ਹੋਣ ਨਾਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਇਸ ਸਿਸਟਮ ਨੇ ਬਹੁਤ ਜ਼ਿਆਦਾ ਇਨਕੁਆਲਿਟੀ ਪੈਦਾ ਕਰ ਦਿੱਤੀ ਹੈ। ਇੱਕ ਪਾਸੇ ਤਾਂ 300 ਕਮਰਿਆਂ ਦੇ ਘਰ ਨੇ ਬੰਬਈ ਦੇ ਵਿੱਚ, ਔਰ ਦੂਜੇ ਪਾਸੇ ਲੋਕੀ ਝੁੱਗੀਆਂ ਝੌਪੜੀਆਂ 'ਚ ਰਹਿ ਰਹੇ ਨੇ, ਔਰ ਜਦੋਂ ਮੀਂਹ ਪਾਣੀ ਆਉਂਦਾ ਉਹ ਡਿਸਟਰੋਏ ਹੋ ਜਾਂਦੀਆਂ ਨੇ। ਇੱਕ ਪਾਸੇ ਵੱਡੀਆਂ ਵੱਡੀਆਂ ਕਾਰਾਂ ਪ੍ਰਮੋਟ ਹੋ ਰਹੀਆਂ ਨੇ, ਦੂਜੇ ਪਾਸੇ ਲੋਕਾਂ ਕੋਲੇ ਪੈਦਲ ਚੱਲਣ ਵਾਸਤੇ ਵੀ ਚੰਗੇ ਰਸਤੇ ਨਹੀਂ ਹੈਗੇ। ਇਨਕੁਆਲਿਟੀਜ਼ ਬਹੁਤ ਵਧੀਆਂ ਨੇ। ਇਸ ਤਰ੍ਹਾਂ ਦੀ ਸੁਸਾਇਟੀ ਸਸਟੇਨੇਬਲ ਨਹੀਂ। ਇਸ ਤਰ੍ਹਾਂ ਦੀ ਸੁਸਾਇਟੀ 'ਚ ਕੌਨਫਲਿਕਟ ਪੈਦਾ ਹੋਣਗੇ, ਵਾਇਲੈਂਸ ਪੈਦਾ ਹੋਣਗੇ, ਔਰ ਡਿਸਟਰਕਸ਼ਨ ਹੋਏਗੀ। ਤਾਂ ਸਾਨੂੰ ਇੱਕ ਸਸਟੇਨੇਬਲ ਗ੍ਰੀਨ ਇਕੋਨਮੀ ਜਿਹੜੀ ਹੈ ਉਹ ਡਿਵੈਲਪ ਕਰਨ ਦੀ ਲੋੜ ਹੈ। ਇਸ ਕਰਕੇ ਕੈਪੀਟਲਿਜ਼ਮ ਦੀ ਰਿਪਲੇਸਮੈਂਟ ਕਰਨ ਦੀ ਲੋੜ ਹੈ। ਵੱਡੇ ਲੈਵਲ ਤੇ ਸੋਚਣਾ ਜਿਹੜਾ ਮੈਕਰੋ ਲੈਵਲ ਤੇ ਸੋਚਣਾ, ਉਹਦੀਆਂ ਮਾਈਕਰੋ ਇੰਪਲੀਕੇਸ਼ਨਸ ਵੀ ਹੈਗੀਆਂ, ਪਰ ਮੈਕਰੋ ਲੈਵਲ ਤੇ। ਪਰ ਦੂਜੇ ਪਾਸੇ ਵੀ ਹੈ ਕਿ ਜਿਹੜਾ ਸੋਸ਼ਲਿਜ਼ਮ ਆਲਟਰਨੇਟਿਵ ਮੰਨਿਆ ਜਾਂਦਾ ਕੈਪੀਟਲਿਜ਼ਮ ਦਾ, ਉਹ ਓਲਡ ਕਿਸਮ ਦਾ ਸੋਸ਼ਲਿਜ਼ਮ ਵੀ ਠੀਕ ਨਹੀਂ। ਓਲਡ ਕਿਸਮ ਦੇ ਸੋਸ਼ਲਿਜ਼ਮ ਤੋਂ ਮੇਰਾ ਭਾਵ ਹੈ ਜੋ ਸੋਵੀਅਤ ਯੂਨੀਅਨ 'ਚ ਆਇਆ ਔਰ ਈਸਟ ਯੂਰਪ ਦੇ ਵਿੱਚ ਆਇਆ, ਕਿਉਂਕਿ ਉਹਨਾਂ ਨੇ ਵੀ ਪਰਪਸ ਇਹੀ ਰੱਖਿਆ ਕਿ GDP ਵਧਾਉਣੀ ਹੈ, ਇੰਡਸਟਰੀਲਾਈਜੇਸ਼ਨ ਕਰਨੀ ਹੈ, ਔਰ ਉਹਨਾਂ ਨੇ ਵੀ ਇਨਵਾਇਰਮੈਂਟਲ ਡਿਸਟਰਕਸ਼ਨ ਬਹੁਤ ਕੀਤੀ। ਚਰਨੋਬਿਲ ਡਿਜ਼ਾਸਟਰ ਯੂਕਰੇਨ ਦੇ ਵਿੱਚ ਹੋਇਆ ਸੀ, ਨਿਊਕਲੀਅਰ ਡਿਜ਼ਾਸਟਰ, ਉਹ ਇਸੇ ਚੋਂ ਹੀ ਪੈਦਾ ਹੋਇਆ ਸੀ। ਤਾਂ ਮੈਂ ਸੁਜੈਸਟ ਕਰ ਰਿਹਾ ਕਿ ਇੱਕ ਨਵੇਂ ਵਿਜ਼ਨ ਦੀ ਲੋੜ ਹੈ, ਜਿਹਨੂੰ ਮੈਂ ਕਹਿੰਦਾ ਇਕੋ ਸੋਸ਼ਲਿਸਟ ਵਿਜ਼ਨ ਔਰ ਇਕੋਲੋਜੀਕਲ ਸੋਸ਼ਲਿਸਟ ਵਿਜ਼ਨ, ਕਿ ਸਾਡਾ ਜਿਹੜਾ ਇਕਨੋਮਿਕ ਐਕਟੀਵਿਟੀਜ਼ ਹੈ ਉਹ ਇਨਫੋਰਮਡ ਨੇ ਇਨਵਾਇਰਮੈਂਟਲ ਕਨਸੀਕੁਐਂਸਿਸ ਤੋਂ, ਇਨਵਾਇਰਮੈਂਟਲ ਕੰਸੀਡਰੇਸ਼ਨ ਤੋਂ। ਔਰ ਦੂਜੀ ਗੱਲ ਹੈ ਜਿਹੜੀ ਇਕੁਆਲਿਟੀ ਦੇ ਬੇਸ ਤੋਂ, ਕਿ ਬਹੁਤ ਜ਼ਿਆਦਾ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ ਨਹੀਂ ਹੋਣੀ ਚਾਹੀਦੀ, between men and women, between rich and poor, between upper caste and lower caste, between different states, ਜਿਹੜੀ ਇਕੁਇਟੇਬਲ ਸੁਸਾਇਟੀ ਸਾਨੂੰ ਬਣਾਉਣ ਦੀ ਲੋੜ ਹੈ। ਤੇ ਇਹ ਜਿਹੜਾ ਗ੍ਰੀਨ ਨਿਊ ਡੀਲ ਹੈ ਉਹ ਟ੍ਰਾਂਜੀਸ਼ਨਲ ਪਾਥ ਹੈ, ਕਿ ਜਿਹੜਾ ਇਕੋ ਸੋਸ਼ਲਿਜ਼ਮ ਦਾ ਵੱਡਾ ਗੋਲ ਹੈ ਉਹ ਲੌਂਗ ਟਰਮ ਗੋਲ ਹੈ, ਔਰ ਉਹਨੂੰ ਅਚੀਵ ਕਰਨ ਲਈ ਗ੍ਰੀਨ ਨਿਊ ਡੀਲ ਹੈ। ਗ੍ਰੀਨ ਨਿਊ ਡੀਲ ਇਹ ਕਹਿੰਦੀ ਹੈ ਕਿ ਸਾਰੀਆਂ ਡਿਮੈਂਸ਼ਨਸ ਨੇ ਜਿਹੜੀਆਂ, ਉਹਨਾਂ ਦੇ ਵਿੱਚ ਸਾਨੂੰ ਦੁਬਾਰਾ ਕੰਸੀਡਰੇਸ਼ਨ ਕਰਨ ਦੀ ਲੋੜ ਹੈ, ਕਿ ਸਾਨੂੰ ਆਪਣੀ ਜ਼ਾਤੀ ਜ਼ਿੰਦਗੀ ਦੇ ਵਿੱਚ, ਆਪਣੇ ਇੰਸਟੀਟਿਊਸ਼ਨਲ ਲੈਵਲ ਦੇ ਵਿੱਚ, ਆਪਣੇ ਸਟੇਟ ਲੈਵਲ ਦੇ ਵਿੱਚ, ਗਵਰਨਮੈਂਟ ਲੈਵਲ ਤੇ, ਇੰਸਟੀਟਿਊਸ਼ਨਲ ਇੰਡੀਵਿਜੂਅਲ ਲੈਵਲ ਤੇ ਆਪਾਂ ਜ਼ਿਆਦਾ ਡਿਟੇਲ 'ਚ ਨਾ ਜਾਂਦੇ ਹੋਏ, ਤੁਸੀਂ ਜਗਮੀਤ ਨੂੰ ਦੱਸ ਦੇਣਾ ਕਿ ਕਦੋਂ ਬੰਦ ਕਰਨਾ। ਇੰਡੀਵਿਜੂਅਲ ਲੈਵਲ ਤੇ ਮੈਂ ਕਹਾਂਗਾ ਕਿ ਅਸੀਂ ਕਿਸ ਤਰ੍ਹਾਂ ਕੰਜ਼ਿਊਮ ਕਰਦੇ ਹਾਂ, ਕੰਜ਼ਿਊਮਰ ਸੁਸਾਇਟੀ ਬਣ ਚੁੱਕੀ ਹੈ। ਓਕੇ, ਅਸੀਂ ਕਿਸ ਤਰ੍ਹਾਂ ਦਾ ਟਰਾਂਸਪੋਰਟ ਯੂਜ਼ ਕਰਦੇ ਹਾਂ, ਔਰ ਕਿਵੇਂ ਵੀ ਆਰ ਐਡਿਕਟਡ ਟੂ ਬਾਇੰਗ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਇਹਦੇ ਬਾਰੇ ਸਾਨੂੰ ਦੁਬਾਰਾ ਰੀਕਨਸੀਡਰ ਕਰਨਾ ਪਏਗਾ ਕਿ ਕੁਆਲਿਟੀ ਆਫ ਲਾਈਫ ਕੀ ਹੈ। ਇਕੁਆਲਿਟੀ ਆਫ ਲਾਈਫ ਹੈ ਜਿਹੜੀ, ਉਹਦੇ ਵਿੱਚ ਜ਼ਰੂਰੀ ਤਾਂ ਨਹੀਂ ਹੈ ਕਿ ਜ਼ਿਆਦਾ ਚੀਜ਼ਾਂ ਕੰਜ਼ਿਊਮ ਕਰਨੀਆਂ, ਜਿਹੜਾ ਸੰਜਮ ਹੈ ਔਰ ਜਿਹੜਾ ਇੱਕ ਆਪਣੇ ਆਪ ਤੇ ਰਿਸਟ੍ਰੇਂਟ ਕਰਨਾ, ਆਪਣੀ ਨੀਡਸ ਨੂੰ ਵਧਾਉਣਾ ਨਹੀਂ, ਔਰ ਗਲਤ ਕਿਸਮ ਦੇ ਐਕਸਪੈਂਡੀਚਰ ਕਰਨੇ, ਜਿਹੜੇ ਪਿੰਡਾਂ ਦੇ ਵਿੱਚ
ਇੰਨਾ ਇੰਡੈਕਟਡਨੈਸ ਹੋ ਰਹੀ ਹੈ, ਉਹਦੇ 'ਚ ਗਲਤ ਕਿਸਮ ਦਾ ਐਕਸਪੈਂਡੀਚਰ, ਵਿਆਹਾਂ ਤੇ ਇੰਨਾ ਜ਼ਿਆਦਾ ਐਕਸਪੈਂਡੀਚਰ ਕਰਨੇ ਔਰ ਉਹ ਉਦੋਂ ਬਾਅਦ ਫਿਰ ਕਰਜ਼ੇ ਥੱਲੇ ਆਉਣਾ। ਤਾਂ ਸਾਡੀ ਜ਼ਾਤੀ ਜ਼ਿੰਦਗੀ ਦੇ ਵਿੱਚ ਵੀ ਹਰ ਰੋਜ਼ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ, ਜ਼ਰੂਰੀ ਤਾਂ ਨਹੀਂ ਹੈ ਕਿ ਮੋਟਰਾਈਜ਼ ਵਹੀਕਲ ਤੇ ਜਾਣਾ, ਸਕੂਟਰ ਤੇ, ਮੋਟਰਸਾਈਕਲ ਤੇ, ਕਾਰ ਤੇ ਜਾਣਾ। ਪੁਰਾਣੇ ਲੋਕੀ 10-10 ਮੀਲ ਪੈਦਲ ਹੀ ਚੱਲ ਜਾਂਦੇ ਸੀ, ਇੱਕ ਪਿੰਡ ਤੋਂ ਦੂਜੇ ਪਿੰਡ ਚਲੇ ਜਾਣਾ ਪੈਦਲ ਚਲੇ ਜਾਂਦੇ ਸੀ, ਉਹ ਸਿਹਤਮੰਦ ਸੀ। ਅਸੀਂ ਵਾਕਿੰਗ ਦੀ ਜਿਹੜੀ ਇੰਪੋਰਟੈਂਸ ਵਧਾਈਏ, ਅਸੀਂ ਸਾਈਕਲਿੰਗ ਦੀ ਇੰਪੋਰਟੈਂਸ ਵਧਾਈਏ, ਆਪਣੀ ਲਾਈਫ ਦੇ ਵਿੱਚ ਰੀਸਾਈਕਲਿੰਗ ਕਰੀਏ, ਤਾਂ ਜਿਹੜੀਆਂ ਗ੍ਰੀਨ ਕੰਸਨਟ੍ਰੇਸ਼ਨ ਆਪਣੀ ਲਾਈਫ ਦੇ ਵਿੱਚ ਲਾਈਏ। ਇਸੇ ਤਰ੍ਹਾਂ ਇੰਸਟੀਟਿਊਸ਼ਨਸ ਨੇ, ਜਿਵੇਂ ਤੁਹਾਡਾ ਕਾਲਜ ਹੈ, ਤੁਹਾਡਾ ਕਾਲਜ ਬੜਾ ਸੁੰਦਰ ਹੈ। ਜਦੋਂ ਮੈਂ ਆਇਆ ਸੀ ਲੈਕਚਰ ਤਾਂ ਬੜਾ ਖੁਸ਼ੀ ਹੋਈ ਸੀ ਕਿ ਇੰਨੀ ਗ੍ਰੀਨਰੀ ਹੈ। ਇਸੇ ਤਰ੍ਹਾਂ ਤੁਸੀਂ ਉੱਥੇ ਜਿਹੜੀ ਰੀਸਾਈਕਲਿੰਗ ਵਧਾ ਸਕਦੇ ਹੋ ਔਰ ਜਿਹੜੀ એનર્ਜੀ ਐਫੀਸ਼ੀਐਂਟ ਬਿਲਡਿੰਗਸ ਬਣਾ ਸਕਦੇ ਹੋ ਔਰ ਸਟੂਡੈਂਟਸ ਨੂੰ ਵੀ ਇਹ ਪ੍ਰੀਚ ਕਰ ਸਕਦੇ ਹੋ ਜਿਹੜੀ ਜ਼ਿਆਦਾ ਫੋਟੋਕਾਪਿੰਗ ਨਾ ਕੀਤੀ ਜਾਵੇ ਔਰ ਜਿਹੜਾ ਡਿਜੀਟਲ ਟੈਕਨੋਲੋਜੀ ਨੂੰ ਜ਼ਿਆਦਾ ਯੂਜ਼ ਕੀਤਾ ਜਾਵੇ ਔਰ ਇਹ ਵੈਲਿਊਜ਼ ਉਹਨਾਂ 'ਚ ਪੈਦਾ ਕੀਤੀਆਂ ਜਾਣ ਕਿ ਕਿਹੜਾ ਨੇਚਰ ਨੂੰ ਰਿਸਪੈਕਟ ਕਰਨਾ ਹੈ। ਇਸੇ ਤਰ੍ਹਾਂ ਹੀ ਸਟੇਟ ਲੈਵਲ ਤੇ ਹੈ, ਸਟੇਟ ਲੈਵਲ ਤੇ ਜਿਹੜਾ 에ਅਰ ਕੰਡੀਸ਼ਨ ਬੱਸਾਂ ਵਧਾਉਣੀਆਂ ਔਰ ਉਹਨਾਂ ਦੇ ਖਰਚੇ ਵਧਾਉਣੇ, ਸਾਨੂੰ ਪਬਲਿਕ ਟਰਾਂਸਪੋਰਟ ਚੇਂਜ ਕਰਨ ਦੀ ਲੋੜ ਹੈ। ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਐਗਰੀਕਲਚਰ ਹੈ ਉਹਦੇ 'ਚ ਬਹੁਤ ਵੱਡੀਆਂ ਚੇਂਜਸ ਆਉਣ ਦੀ ਲੋੜ ਹੈ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਘਰੇ ਸਬਜ਼ੀ ਜਗਾਉਂਦੇ ਸੀ, ਦਾਲਾਂ ਜਗਾਉਂਦੇ ਸੀ, ਗੰਨਾ ਕਰਦੇ ਸੀ, ਗੁੜ ਹੁੰਦਾ ਸੀ। ਹੁਣ ਸਾਰਾ ਕੁਝ ਛੱਡ ਕੇ ਸਾਰਾ ਕੁਝ ਸ਼ਹਿਰਾਂ ਤੋਂ ਖਰੀਦਦੇ ਨੇ ਔਰ ਉਹਦੇ ਨਾਲ ਬਿਮਾਰੀਆਂ ਦੇ ਵੀ ਸਾਧਨ ਪੈਦਾ ਹੁੰਦੇ ਨੇ ਤੇ ਲਾਈਫ ਕੁਆਲਿਟੀ ਆਫ ਲਾਈਫ ਵੀ ਘਟਦੀ ਹੈ। ਇਹਦੇ ਬਾਰੇ ਸਾਨੂੰ ਦੁਬਾਰਾ ਰੀਕਨਸਲਟੇਸ਼ਨ ਕਰਨਾ ਪਏਗਾ। ਇਹਦੇ ਬਾਰੇ ਵੀ ਮੈਂ ਸੋਚ ਰਿਹਾ ਔਰ ਇਹਦੇ ਬਾਰੇ ਵੀ ਮੈਂ ਲਿਖਾਂਗਾ ਆਉਣ ਵਾਲੇ ਪੀਰੀਅਡ ਦੇ ਵਿੱਚ। ਤੇ ਜਿਹੜੀ ਮੈਂ ਨੈਸ਼ਨਲ ਲੈਵਲ ਤੇ ਮੈਂ ਕਹਿ ਚੁੱਕਾ ਕਿ ਨੈਸ਼ਨਲ ਲੈਵਲ ਤੇ ਸਾਨੂੰ ਇਹ ਸਰਕਾਰ ਹੈ ਜਿਹੜੀ ਇਹਨੇ ਬੜਾ ਇਨਸਿਪਿਡ ਕਿਸਮ ਦਾ ਜਿਹੜਾ ਪ੍ਰੈਜ਼ੈਂਟ ਕੀਤਾ ਹੈ ਪੈਕੇਜ ਔਰ ਉਹ ਲੈਕ ਆਫ ਥਿੰਕਿੰਗ, ਲੈਕ ਆਫ ਇਮੈਜੀਨੇਸ਼ਨ ਉਹ ਵੀ ਸਾਨੂੰ ਕਰਨੀ ਪਏਗੀ। ਔਰ ਮੈਂ ਹੁਣ ਚਾਹੁੰਦਾ ਕਿ ਬੇਸਿਕ ਜਿਹੜੀ ਕੰਕਲੂਡਿੰਗ ਰਿਮਾਰਕਸ ਦੇਣੇ ਚਾਹੁੰਦਾ ਤਾਂ ਕਿ ਤੁਸੀਂ ਜਿੰਨੇ ਮਰਜ਼ੀ ਸਵਾਲ ਪੁੱਛੋ ਮੈਨੂੰ। ਜਿਹੜਾ ਇਕਨੋਮਿਕਸ ਦੇ ਵਿੱਚ ਸਾਨੂੰ ਇਕਨੋਮਿਕਸ ਦਾ ਕਰਿਕੂਲਮ ਚੇਂਜ ਕਰਨਾ ਪਏਗਾ, ਇਹਦੀਆਂ ਅਜ਼ੰਪਸ਼ਨ ਚੇਂਜ ਕਰਨੀਆਂ ਪੈਣਗੀਆਂ। ਮੈਕਰੋ ਇਕਨੋਮਿਕ ਲੈਵਲ ਤੇ ਸਾਨੂੰ ਜਿਹੜੇ ਗੋਲਸ ਨੇ ਉਹ ਚੇਂਜ ਕਰਨੇ ਪੈਣਗੇ, ਮਾਈਕਰੋ ਲੈਵਲ ਤੇ ਜਿਹੜੀਆਂ ਕੰਸੀਡਰੇਸ਼ਨਸ ਨੇ ਉਹ ਚੇਂਜ ਕਰਨੀਆਂ ਪੈਣਗੀਆਂ। ਇਕਨੋਮਿਕਸ ਦੇ ਵਿੱਚ ਚੇਂਜ ਲਿਆਉਣੀ ਪਊਗੀ, ਨਵੇਂ ਕਿਸਮ ਦੀ ਇਕਨੋਮਿਕਸ ਦੀ ਲੋੜ ਹੈ। ਤਾਂ ਇੱਕ ਹੈ ਇਕਨੋਮਿਕ ਪਾਲਿਸੀ ਹੈ ਜਿਹੜੀ, ਉਹਦੀਆਂ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ। ਇੱਕ ਤਾਂ ਇਹ ਕਿ ਉਹ ਸਸਟੇਨੇਬਲ ਹੋਵੇ, ਦੂਜਾ ਰੀਡਿਸਟ੍ਰੀਬਿਊਸ਼ਨ। ਜਿਹੜਾ ਰੀਡਿਸਟ੍ਰੀਬਿਊਸ਼ਨ ਹੈ ਉਹ ਸਾਡਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ ਕਿ ਇਨਕੁਆਲਿਟੀਜ਼ ਬਹੁਤ ਹੀ ਫੈਲ ਚੁੱਕੀਆਂ ਨੇ। ਇਨਕੁਆਲਿਟੀਜ਼ ਜਿਹੜੀਆਂ ਹਾਊਸਿੰਗ ਇਨਕੁਆਲਿਟੀਜ਼, ਇਨਕਮ ਇਨਕੁਆਲਿਟੀਜ਼, ਹੈਲਥ ਇਨਕੁਆਲਿਟੀਜ਼, ਇਹ ਇਨਕੁਆਲਿਟੀਜ਼ ਨੂੰ ਘੱਟ ਕਰਨਾ ਪਏਗਾ ਜੇ ਅਸੀਂ ਇੱਕ ਸਸਟੇਨੇਬਲ, ਪੀਸਫੁਲ, ਹੈਲਦੀ ਸੁਸਾਇਟੀ ਬਣਾਉਣੀ ਹੈ। ਤੇ ਇਹ ਜਿਹੜਾ ਇਸ ਪੈਕੇਜ ਦੇ ਵਿੱਚ ਨਹੀਂ ਹੈਗਾ। ਔਰ ਮੈਂ ਸਮਝਦਾ ਹਾਂ ਕਿ ਜਿਹੜੀਆਂ ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਮੈਂ ਮੈਂਸ਼ਨ ਕੀਤੀਆਂ, ਇਹ ਇੱਕ ਪਾਸੇ ਕਲਾਈਮੇਟ ਫਰੈਂਡਲੀ, এনवायरमेंटल ਫਰੈਂਡਲੀ ਇਕਨੋਮਿਕ ਪਾਲਿਸੀਜ਼ ਔਰ ਦੂਜੇ ਪਾਸੇ ਰੀਡਿਸਟ੍ਰੀਬਿਊਟਿਵ ਇਕੁਇਟੇਬਲ ਇਕਨੋਮਿਕ ਪਾਲਿਸੀਜ਼। ਇਹ ਹੈ ਜਿਹੜੀਆਂ ਇਹ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, EMPLOYEE ਜਥੇਬੰਦੀਆਂ ਨੇ, ਟੀਚਰਸ ਯੂਨੀਅਨਸ ਨੇ, ਸਟੂਡੈਂਟਸ ਯੂਨੀਅਨਸ ਨੇ, ਬੈਂਕ EMPLOYEES ਯੂਨੀਅਨ ਨੇ, ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੇ ਕੰਪੇਨਿੰਗ ਦੇ ਵਿੱਚ ਸੈਂਟਰਲ ਹਿੱਸਾ ਬਣਾਉਣਾ ਪਏਗਾ ਕਿ ਸਾਨੂੰ ਨਵੇਂ ਕਿਸਮ ਦੇ ਸਮਾਜ ਦੀ ਲੋੜ ਹੈ, ਜਿਹੜਾ ਕਿ ਸਮਾਜ ਹੈ ਜਿਹੜਾ ਕਾਇੰਡ ਹੋਵੇ, ਕੋਆਪਰੇਟਿਵ ਹੋਵੇ, ਇੱਕ ਦੂਜੇ ਦਾ ਧਿਆਨ ਰੱਖਣ ਵਾਲਾ ਹੋਵੇ, ਜ਼ਾਲਮਾਨਾ ਕਿਸਮ ਦਾ ਨਾ ਹੋਵੇ, ਜਿਹੜਾ ਡਿਫੈਂਸ ਤੇ ਐਕਸਪੈਂਡੀਚਰ ਹੈ ਉਹ ਘੱਟ ਕੀਤਾ ਜਾਵੇ, ਦੂਜੇ ਮੁਲਕ ਨਾਲ ਜਿਹੜਾ ਲੜਾਈ ਝਗੜੇ ਖਤਮ ਕੀਤੇ ਜਾਣ ਔਰ ਜਿਹੜਾ ਇੰਨਾ ਜ਼ਿਆਦਾ ਐਮਫੈਸਿਸ ਹੈ ਨੈਸ਼ਨਲਿਜ਼ਮ ਤੇ ਜਿਹੜਾ ਵਾਇਲੈਂਸ ਕ੍ਰੀਏਟ ਕਰਦਾ ਉਹ ਤੇ ਘੱਟ ਕੀਤਾ ਜਾਵੇ। ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਕੁਆਲਿਟੀ ਆਫ ਲਾਈਫ ਉਹ ਬਹੁਤ ਵੱਡੀ ਲੋੜ ਹੈ। ਔਰ ਜਿਹੜਾ ਹਾਊਸਿੰਗ ਬਾਰੇ ਮੈਂ ਗੱਲ ਕੀਤੀ ਹੈ ਕਿ ਨਵੇਂ ਕਿਸਮ ਦੇ ਹਾਊਸਿੰਗ ਡਿਜ਼ਾਈਨ ਕਰਨ ਦੀ ਲੋੜ ਹੈ ਤਾਂ ਕਿ ਹਰ ਇੱਕ ਦੇ ਸਿਰ ਹਰ ਕੋਲੇ ਆਪਣਾ ਇੱਕ ਘਰ ਹੋਵੇ ਰਹਿਣ ਵਾਸਤੇ। ਇਹ ਦੋ ਮਤਲਬ ਜਿਹੜੇ ਮੁੱਖ ਜਿਹੜੀ ਚੀਜ਼ਾਂ ਮੈਂ ਐਮਫਸਾਈਜ਼ ਕਰਨਾ ਚਾਹੂੰਗਾ ਕਿ ਗ੍ਰੀਨ ਓਰੀਐਂਟਡ ਇਕਨੋਮਿਕ ਪਾਲਿਸੀਜ਼ ਤੇ ਇਕੁਆਲਿਟੀ ਓਰੀਐਂਟਡ ਇਕਨੋਮਿਕ ਪਾਲਿਸੀਜ਼ ਅਡਾਪਟ ਕਰਨੀਆਂ ਪੈਣਗੀਆਂ ਜਿਹੜੀਆਂ ਕਿ ਹੁਣ ਦੀ ਇੰਡੀਅਨ ਇਕਨੋਮਿਕ ਪਾਲਿਸੀ ਦੇ ਵਿੱਚ ਮਿਸਿੰਗ ਨੇ। ਮੈਂ ਫਾਰ ਦਾ ਮੂਮੈਂਟ ਇੱਥੇ ਫਿਨਿਸ਼ ਕਰਦਾ ਤੇ ਤੁਸੀਂ ਜਿਹੜੇ ਸਵਾਲ ਆਪਣੇ ਨੇ, ਕੁਐਸਚਨਸ ਨੇ ਉਹ ਰੱਖੋ ਤਾਂ ਕਿ ਫਿਰ ਮੈਂ ਉਹਨਾਂ ਨੂੰ ਜਵਾਬ ਦੇ ਸਕਾਂ। Sir, actually we have some questions in the chat room. ਅੱਛਾ ਦੱਸੋ। So you ਤੁਸੀਂ ਮੈਨੂੰ ਦੱਸੋਗੇ ਕਿ ਮੈਂ ਆਪਣੇ ਆਪ ਹੀ ਪੜ੍ਹਾਂ? Sir,
ਤੁਸੀਂ ਚੂਜ਼ ਕਰ ਲਓ ਜਿਹੜੇ ਸਵਾਲ। Sir, there is one question from Sukhdeep Kaur Virk. Her question is that the current pandemic is shaking the financial system. As we all know, that shaking the financial system. How can bank react its bank and loan losses in the pandemic turmoil, and how does universal testing help the economy? हाँ, ये दो अलग-अलग क्वेश्चन है। एक तो यूनिवर्सल टेस्टिंग है ते एक है जेड़ा बैंकिंग दी की पॉलिसीज होनी चाहिए। जेड़ा है टेस्टिंग है जेड़ा ये वधिया सवाल कीता है कि टेस्टिंग बहुत ही ज़्यादा इंपॉर्टेंट है। ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਹਾਂ ਕਿ ਜਿਹੜੇ ਕੰਟਰੀਜ਼ ਨੇ ਟੈਸਟਿੰਗ ਨੂੰ ਇੰਪੋਰਟੈਂਸ ਦਿੱਤੀ ਹੈ, ਜਿਵੇਂ ਸਾਊਥ ਕੋਰੀਆ ਬੈਸਟ ਐਗਜ਼ਾਮਪਲ ਹੈ। ਉਹਨਾਂ ਨੇ ਆਲਮੋਸਟ ਆਪਣੀ ਸਾਰੀ ਪਾਪੂਲੇਸ਼ਨ ਨੂੰ ਟੈਸਟ ਕੀਤਾ ਔਰ ਟੈਸਟ ਤੋਂ ਭਾਵ ਸਿਰਫ ਇਹ ਨਹੀਂ ਹੈ ਕਿ ਉਹ ਬੰਦੇ ਦਾ ਟੈਸਟ ਹੈ, ਉਹਨਾਂ ਨੇ ਅੱਗੇ ਟ੍ਰੇਸਿੰਗ ਵੀ ਕੀਤਾ ਕਿ ਜਿਹੜੇ ਬੰਦੇ ਨਾਲ ਇੰਟਰੈਕਟ ਹੋਏ ਆ ਉੱਥੋਂ ਤੁਸੀਂ ਕੰਟਰੋਲ ਕਰ ਸਕਦੇ ਹੋ। ਔਰ ਇਹ ਟੈਸਟਿੰਗ ਨੂੰ ਬਹੁਤ ਵੱਡੀ ਗਿਣਤੀ 'ਚ ਇਨਕਰੀਜ਼ ਕਰਨਾ ਪਏਗਾ ਔਰ ਜਿਹੜਾ ਇਹ ਪ੍ਰਾਈਵੇਟਾਈਜ਼ ਸਿਸਟਮ ਹੈ ਜਿਹੜਾ ਉਹਨੂੰ ਵੀਕ ਕਰਕੇ ਪਬਲਿਕ ਹੈਲਥ ਸਿਸਟਮ ਹੈ ਜਿਹੜਾ ਇਨਕਰੀਜ਼ ਕਰਨਾ ਪਏਗਾ। ਅੱਜ ਤੋਂ 40-50 ਸਾਲ ਪਹਿਲਾਂ ਵੀ ਪਬਲਿਕ ਹੈਲਥ ਸਿਸਟਮ ਵਧੀਆ ਹੁੰਦਾ ਸੀ। ਜਿਹੜੇ ਸਿਵਲ ਹਸਪੀਟਲ ਹੈ ਉਹਨਾਂ 'ਚ ਵਧੀਆ ਕੁਆਲਿਟੀ ਦੀ ਹੁੰਦੀ ਸੀ। ਮੇਰੀ ਇੱਕ ਆਂਟ ਸੀ, ਡਾਕਟਰ ਸੀ, ਉਹ ਬੜੇ ਵੱਡੇ ਸਰਜਨ ਸਨ ਫਿਰੋਜ਼ਪੁਰ ਸਿਵਲ ਹਸਪੀਟਲ ਦੇ ਵਿੱਚ। ਉਹਨਾਂ ਦੀ ਆਸੇ-ਪਾਸੇ ਪਿੰਡਾਂ ਦੇ ਵਿੱਚ ਮਸ਼ਹੂਰੀ ਸੀ ਕਿ ਉਹ ਵਧੀਆ ਸਰਜਨ ਨੇ ਔਰ ਉਹ ਸਿਵਲ ਹਸਪਤਾਲ ਸੀ, ਕੋਈ ਪੈਸਾ ਖਰਚ ਨਹੀਂ ਹੁੰਦਾ ਸੀ। ਤਾਂ ਜਿਹੜਾ ਪਬਲਿਕ ਹੈਲਥ ਸਿਸਟਮ ਹੈ ਉਹਨੂੰ ਇਨਕਰੀਜ਼ ਕਰਨਾ ਪਏਗਾ, ਉਹਦੇ ਵਿੱਚ ਹੀ ਟੈਸਟਿੰਗ ਜੁੜੀ ਹੋਈ ਉਹਦੇ ਨਾਲ। ਜਿਹੜਾ ਹੈ ਬੈਂਕਿੰਗ ਦਾ ਸਵਾਲ, ਉਹਦੇ 'ਚ ਕੁਛ ਤਾਂ ਇਹ ਗਵਰਨਮੈਂਟ ਨੇ ਕੀਤਾ ਹੀ ਹੈ ਕਿ ਜਿਹੜਾ ਇੰਡੈਕਟਡਨੈਸ ਹੈ, ਪਰ ਇਹ ਹੈ ਕਿ ਜਿਹੜੇ ਗਰੀਬ ਲੋਕੀ ਨੇ ਉਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਪਏਗਾ। ਜਿਹੜਾ ਬੈਂਕਿੰਗ ਸੈਕਟਰ ਹੈ ਉਹ ਡਿਪੈਂਡੈਂਟ ਇਸ ਗੱਲ ਤੇ ਹੁੰਦਾ ਹੈ ਕਿ ਜਦੋਂ ਤੁਸੀਂ ਉਹਨੂੰ ਲੋਨ ਦਿੰਦੇ ਆ ਤਾਂ ਤੁਹਾਡੇ ਕੋਲ ਕੋਲੇਟਰਲ ਕੀ ਹੈ ਕਿ ਤੁਸੀਂ ਜਦੋਂ ਉਹਨਾਂ ਨੂੰ ਲੋਨ ਦਿੰਦੇ ਆ ਤੁਸੀਂ ਉਹ ਪੁੱਛਦੇ ਆ ਕਿ ਜੇ ਤੁਸੀਂ ਲੋਨ ਨਾ ਵਾਪਸ ਕੀਤਾ ਤਾਂ ਤੁਹਾਡੇ ਕੋਲ ਕੀ ਜ਼ਮੀਨ ਹੈ, ਗਹਿਣਾ ਹੈ, ਕੁਛ ਹੈ। ਉਹ ਕੋਲੇਟਰਲ ਬਾਰੇ ਰੀਥਿੰਕਿੰਗ ਕਰਨਾ ਪਏਗਾ। ਜਿਵੇਂ ਮਾਈਕਰੋ ਫਾਈਨੈਂਸ ਸਕੀਮ ਚੱਲੀ ਹੈ, ਉਹ ਬੰਗਲਾਦੇਸ਼ ਸ਼ੁਰੂ ਹੋਈ ਸੀ, ਬਾਕੀ ਦੇਸ਼ਾਂ ਦੇ ਵਿੱਚ ਵੀ ਹੈ ਕਿ ਜੇ ਲੋਕੀ ਕਹਿਣ ਕਿ ਇਹ ਵਿਚਾਰੀ ਗਰੀਬ ਔਰਤ ਹੈ, ਇਹ ਦਿਨ ਰਾਤ ਕੰਮ ਕਰਦੀ ਹੈ, ਇਹਦਾ ਘਰ ਵਾਲਾ ਬਿਮਾਰ ਰਹਿੰਦਾ ਨਹੀਂ ਹੈ, ਇਹਨੂੰ ਤਾਂ ਸਿਰਫ 5000 ਰੁਪਏ ਦੀ ਲੋੜ ਹੈ, ਉਹਦੇ ਕੋਲੇ ਨਾ ਉਹਦੇ ਕੋਲੇ ਗਹਿਣੇ ਹੋਣ, ਨਾ ਉਹਦੇ ਕੋਲੇ ਜ਼ਮੀਨ ਹੋਵੇ, ਉਹਦੇ ਲੋਕਾਂ ਦੇ ਕਹਿਣ ਤੇ ਉਹਨੂੰ ਦੇਣਾ ਪਊਗਾ। ਉਹਨੂੰ ਅਸੀਂ ਕਹਿੰਦੇ ਹਾਂ ਟਰਸਟ ਇਜ਼ ਦੇ ਕੋਲੈਟਰਲ। ਤਾਂ ਜਿਹੜੀਆਂ ਬੈਂਕਿੰਗਸ ਹੈ ਉਹਨਾਂ ਨੂੰ ਨਵੇਂ ਕਿਸਮ ਦੀ ਜਿਹੜੀ ਹੈ ਅੱਜ ਕੱਲ੍ਹ ਬੈਂਕਾਂ ਜਿਹੜੀਆਂ ਉਹ ਵੱਡੇ ਬਿਜ਼ਨਸਮੈਨ ਨੂੰ ਦੇਣ ਵਾਸਤੇ ਜ਼ਿਆਦਾ ਇੰਟਰਸਟਡ ਹੁੰਦੀਆਂ ਕਿਉਂਕਿ ਉਹਦੇ ਜਿਹੜੇ ਬੈਂਕ ਮੈਨੇਜਰਸ ਆ ਉਹਨਾਂ ਨੂੰ ਵੀ ਪ੍ਰੋਫਿਟੇਬਿਲਿਟੀ ਮਿਲਦੀ ਆ, ਉਹਨਾਂ ਨੂੰ ਕੱਟ ਮਿਲਦੇ ਨੇ ਔਰ ਉਹਨਾਂ ਨੂੰ ਹੁੰਦਾ ਕਿ ਉਹ ਮਿਲ ਜਾਣਗੀਆਂ। ਦੂਜੀ ਵੱਡੀ ਗੱਲ ਇਹ ਹੈ ਕਿ ਅਸੀਂ ਉਹਨੂੰ ਕਹਿੰਦੇ ਨਾਨ ਪਰਫਾਰਮਿੰਗ ਐਸੈਟਸ ਨੇ ਕਿ ਬੈਂਕਾਂ ਤੋਂ ਵੱਡੇ ਵਪਾਰੀਆਂ ਨੇ ਕਰਜ਼ਾ ਲਿਆ, ਬਾਅਦ 'ਚ ਦਿੱਤਾ ਨਹੀਂ ਔਰ ਬੈਂਕਾਂ ਰਾਈਟ ਆਫ ਕਰਦੀਆਂ, ਉਹ ਬਿਲਕੁਲ ਖਤਮ ਹੋਣਾ ਚਾਹੀਦਾ। ਹੁਣ ਜਦੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕਰ ਸਕਦੇ, ਕਿਸਾਨਾਂ ਦਾ ਕਰਜ਼ਾ ਤਾਂ ਕੁਝ ਵੀ ਨਹੀਂ ਹੈ। ਜਿਹੜਾ ਲੱਖਾਂ ਕਰੋੜਾਂ ਦੀ ਗਿਣਤੀ 'ਚ ਉਹਨਾਂ ਨੇ ਵੱਡੇ ਬਿਜ਼ਨਸਮੈਨ ਦਾ ਕਰਜ਼ਾ ਜਿਹੜਾ ਉਹ ਮਾਫ ਕਰਤਾ, ਉਹਨਾਂ 'ਚ ਕੋਈ ਬਾਹਰ ਜਾ ਚੁੱਕੇ ਨੇ ਤਾਂ ਇਹ ਖਤਮ ਕਰਨਾ ਪਏਗਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਕਨਫਿਸਕੇਟ ਕੀਤੀ ਜਾਵੇ ਤਾਂ ਕਿ ਜੇ ਉਹਨਾਂ ਨੇ ਕਰਜ਼ਾ ਲਿਆ ਨਹੀਂ ਵਾਪਸ ਕੀਤਾ ਉਹ ਲੱਖਾਂ 'ਚ ਨਹੀਂ ਲੈਂਦੇ, ਉਹ ਕਰੋੜਾਂ 'ਚ ਨਹੀਂ ਲੈਂਦੇ, ਅਰਬਾਂ ਦੀ ਗਿਣਤੀ 'ਚ ਕਰਜ਼ਾ ਲੈਂਦੇ ਨੇ। ਇਸ ਕਰਕੇ ਬੈਂਕਿੰਗ ਨੂੰ ਜਿਹੜੀ ਪਾਲਿਸੀ ਹੈ ਉਹ ਰੀਡਿਜ਼ਾਈਨ ਕਰਨੀ ਪਏਗੀ। Hello sir, ma'am, I want to ask a question. Yes ma'am. Hello. Yes ma'am. Yes. Hello, this is Dr. Gurpreet Kaur from DAV College of Education, Abohar. Very good afternoon, sir. You have given a very elaborative point of view on the economy and other things related to this package. First of all, I would like to congratulate you and I am very thankful to you be a part of this webinar. Sir, I want to ask, on the one hand, there are developed economies and they are suffering a lot and their banking system, their health systems are of topmost, but they are still suffering. And on the other side, there is India. There are large number of or huge kind of diversity prevailing. So how will we see that economic planning matters most at this critical point of view? ਤੁਹਾਡੇ ਇੱਕ ਸਵਾਲ ਦੇ ਵਿੱਚ ਕਈ ਸਵਾਲ ਨੇ ਹਾਂਜੀ ਸਰ ਕਿ ਜਿਹੜੀਆਂ ਡੈਥਸ ਹੈ ਜਿਹੜੀਆਂ ਉਹ ਡਿਵੈਲਪ ਕੰਟਰੀ 'ਚ ਕਿਉਂ ਜ਼ਿਆਦਾ ਹੋ ਰਹੀਆਂ ਨੇ ਔਰ ਜਿਹੜੇ ਡਿਵੈਲਪਿੰਗ ਕੰਟਰੀ 'ਚ ਉਹਨਾਂ 'ਚ ਡੈਥਸ ਕਿਉਂ ਘੱਟ ਨੇ ਔਰ ਦੂਜਾ ਇਹ ਹੈ ਕਿ ਪਲੈਨਿੰਗ ਦੀ ਲੋੜ ਹੈ ਜਾਂ ਨਹੀਂ ਲੋੜ। ਇਹ ਪਲੈਨਿੰਗ ਦੀ ਡੈਫੀਨਿਟਲੀ ਲੋੜ ਹੈ। ਪਹਿਲਾਂ ਪਲੈਨਿੰਗ ਵਾਲੀ ਗੱਲ ਕਰ ਲਈਏ। ਜਿਹੜਾ ਮੈਂ ਤੁਹਾਨੂੰ ਕਿਹਾ ਗ੍ਰੀਨ ਨਿਊ ਡੀਲ,
ਗ੍ਰੀਨ ਨਿਊ ਡੀਲ ਇਸੇ ਗੱਲ ਤੇ ਡਿਪੈਂਡ ਕਰਦੀ ਹੈ ਕਿ ਤੁਹਾਨੂੰ ਪਲੈਨਿੰਗ ਕਰਨੀ ਪਏਗੀ ਕਿ ਜੇ ਹੁਣ ਪੰਜਾਬ ਦਾ ਸਾਰਾ ਟਰਾਂਸਪੋਰਟ ਅਰੇਂਜਮੈਂਟ ਕਰਨਾ ਹੈ, ਸੜਕਾਂ ਨਵੀਆਂ ਬਣਾਉਣੀਆਂ, ਸੜਕਾਂ ਤੇ ਅਲੱਗ ਸਾਈਕਲ ਪਾਥ ਬਣਾਉਣਾ, ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਆਕਸਫੋਰਡ ਦੀ ਐਗਜ਼ਾਮਪਲ ਦੱਸਦਾ, ਆਕਸਫੋਰਡ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਉਹਨਾਂ ਦੇ ਇੱਕ ਸਾਈਕਲ ਪਾਥ ਅਲੱਗ ਹੁੰਦਾ ਔਰ ਉਹ ਕਲਰਡ ਗ੍ਰੀਨ ਹੁੰਦਾ ਤਾਂ ਕਿ ਕੋਈ ਬੰਦਾ ਜਿਹੜਾ ਕਾਰ ਵਾਲਾ ਜਾਂ ਬੱਸ ਵਾਲਾ ਉਸ ਗ੍ਰੀਨ ਪਾਸੇ ਆ ਹੀ ਨਾ ਸਕੇ, ਉਹਦੇ ਨਾਲ ਸਾਈਕਲਿੰਗ ਹੈ ਜਿਹੜੀ ਫੈਸਿਲੀਟੇਟ ਹੁੰਦੀ ਹੈ। ਜੇ ਤੁਹਾਨੂੰ ਹੁਣ ਇੰਗਲੈਂਡ ਦੇ ਲੈਵਲ ਤੇ ਉਹ ਨੈਸ਼ਨਲ ਸਾਈਕਲ ਪਾਥ ਬਣਾ ਰਹੇ ਨੇ ਕਿ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੀ ਜਾਣਾ ਸਾਈਕਲ ਤੇ ਜਾ ਸਕਦੇ ਹੋ, ਔਰ ਇਹ ਕੋਈ ਇੰਪੋਸੀਬਲ ਗੱਲ ਨਹੀਂ ਹੈਗੀ। ਨੈਦਰਲੈਂਡ 'ਚ ਲੋਕੀ ਜਾਂਦੇ ਨੇ, ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸਾਈਕਲ ਤੇ ਜਾਂਦੇ ਨੇ ਕਿਉਂਕਿ ਬੜੀਆਂ ਵੱਡੀਆਂ ਲੇਨਸ ਨੇ ਉਹਦੇ ਲਈ ਤੁਹਾਨੂੰ ਸਾਰਾ ਟਰਾਂਸਪੋਰਟ ਸਿਸਟਮ ਹੈ ਜਿਹੜਾ ਉਹ ਰੀਅਰੇਂਜ ਕਰਨਾ ਪਏਗਾ, ਉਹਦੇ ਲਈ ਓਬਵੀਅਸਲੀ ਪਲੈਨਿੰਗ ਦੀ ਲੋੜ ਹੈ, ਸੋ ਪਲੈਨਿੰਗ ਹੈਜ਼ ਟੂ ਬੀ ਇੰਪੋਰਟੈਂਟ। ਔਰ ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਸਾਡੀ ਐਗਜ਼ਿਸਟਿੰਗ ਇਕਨੋਮੀ ਹੈ, ਕੈਪੀਟਲਿਸਟ ਇਕਨੋਮੀ ਹੈ, ਉਹ ਜ਼ਿਆਦਾ ਮਾਰਕੀਟ ਤੇ ਡਿਪੈਂਡੈਂਟ ਹੈ। ਡਿਸਾਈਡ ਕਰਦੀ ਹੈ ਜਿਹੜਾ ਨਿਊ ਲਿਬਰਲ ਇਕਨੋਮੀ ਜਿਹੜੀ ਕਿ ਮਨਮੋਹਨ ਸਿੰਘ ਦੇ ਰਜੀਮ ਦੇ ਵਿੱਚ ਹੋਏ ਸੀ ਔਰ ਉਹੀ ਸਰਕਾਰ ਇਹਨੂੰ ਕੰਟੀਨਿਊ ਕਰ ਰਹੀ ਹੈ, ਉਹ ਓਵਰ ਰਿਲਾਇੰਸ ਔਨ ਦਾ ਮਾਰਕੀਟ ਇਜ਼ ਨਾਟ ਦਾ ਬੈਸਟ ਜੱਜ। ਮਾਰਕੀਟ ਤਾਂ ਉਹਨੂੰ ਕੇਟਰ ਕਰਦੀ ਹੈ ਜਿਨ੍ਹਾਂ ਕੋਲ ਪਰਚੇਸਿੰਗ ਪਾਵਰ ਹੈ। ਮਾਰਕੀਟ ਡਜ਼ ਨਾਟ ਗੋ ਇਨਟੂ ਕੁਐਸਚਨਸ ਆਫ ਇਕੁਆਲਿਟੀ। ਸੋ ਮਾਰਕੀਟ ਦੀ ਜਿਹੜੀ ਇੰਪੋਰਟੈਂਸ ਹੈ ਘਟਾਉਣੀ ਪਏਗੀ ਔਰ ਪਲੈਨਿੰਗ ਨੂੰ ਵਧਾਉਣਾ ਪਏਗਾ। ਜਿਹੜੀ ਗੱਲ ਹੈ ਤੁਸੀਂ ਇਹ ਕਹਿੰਦੇ ਕਿ ਇੱਥੇ ਡਿਵੈਲਪ ਕੰਟਰੀ ਦੇ ਵਿੱਚ ਮੌਤਾਂ ਬਹੁਤ ਹੋਈਆਂ ਨੇ, ਉਹਦੇ ਵਿੱਚ ਵੀ ਬੜੀ ਡਿਫਰੈਂਸ਼ੀਏਸ਼ਨ ਹੈ। ਜਿੱਥੇ ਜ਼ਿਆਦਾ ਔਸਟੈਰਿਟੀ ਹੋਈ ਜਿਵੇਂ ਕਿ ਅਮਰੀਕਾ ਦੇ ਵਿੱਚ ਤੇ ਕੁਛ ਹੱਦ ਤੱਕ ਇੰਗਲੈਂਡ ਦੇ ਵਿੱਚ, ਇਹਨਾਂ ਦੋਨਾਂ ਮੁਲਕਾਂ 'ਚ ਮੌਤਾਂ ਹੋ ਰਹੀਆਂ ਨੇ, ਉਸ ਔਸਟੈਰਿਟੀ ਨੇ ਪਬਲਿਕ ਹੈਲਥ ਸਿਸਟਮ ਨੂੰ ਬੜਾ ਵੀਕ ਕਰਤਾ। ਹਾਲਾਂਕਿ ਇੰਗਲੈਂਡ ਦਾ ਜਿਹੜਾ ਨੈਸ਼ਨਲ ਹੈਲਥ ਸਰਵਿਸ ਹੈ ਬੜਾ ਵਧੀਆ ਹੈ, ਉਹਦੇ 'ਚ ਭਾਵੇਂ ਤੁਸੀਂ ਅਰਬਾਂਪਤੀ ਹੈ ਤੇ ਭਾਵੇਂ ਤੁਸੀਂ ਹੋਮਲੈਸ ਹੈ, ਤੁਹਾਨੂੰ ਬਰਾਬਰ ਦੀ ਟ੍ਰੀਟਮੈਂਟ ਮਿਲਦੀ ਹੈ ਔਰ ਉਹਨੂੰ ਹੌਲੀ ਹੌਲੀ ਜਿਹੜੀਆਂ ਪੁਰਾਣੀਆਂ ਕੰਜ਼ਰਵੇਟਿਵ ਗਵਰਨਮੈਂਟ ਸੀਗੀਆਂ, ਦੇ ਬਲੀਵਡ ਇਨ ਦਾ ਮਾਰਕੀਟ, ਉਹ ਵੀਕਨ ਕਰਨੇ ਚਾਹੁੰਦੀਆਂ ਸੀਗੀਆਂ, ਉਹਨਾਂ ਨੂੰ ਰਿਸੋਰਸਿਸ ਘੱਟ ਕਰਤੇ, ਨਰਸਾਂ ਘੱਟ ਕਰਤੀਆਂ, ਡਾਕਟਰ ਘੱਟ ਕਰਤੇ, ਇਸੇ ਕਰਕੇ ਉਹ ਕੋਪ ਨਹੀਂ ਕਰ ਰਹੇ ਹੁਣ ਉਹ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਉਹਨਾਂ ਕੋਲੇ ਸੀਗਾ। ਐਡਾ ਵੱਡਾ ਰਿਚ ਕੰਟਰੀ ਜਿਹੜਾ ਕਿ ਐਡੇ ਵੱਡੇ ਸਫਿਸਟੀਕੇਟਡ ਵੈਪਨ ਬਣਾ ਸਕਦਾ ਔਰ ਉਹ ਵੈਂਟੀਲੇਟਰ ਨਹੀਂ ਬਣਾ ਸਕਦਾ, ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਬਣਾ ਸਕਦਾ। ਇਟ ਇਜ਼ ਅ ਲੈਕ ਆਫ ਪ੍ਰਾਇਰਟੀ ਕਿ ਉਹਨਾਂ ਨੂੰ ਫੰਡ ਨਹੀਂ ਕੀਤਾ। ਤਾਂ ਅਮਰੀਕਾ ਦੇ ਵਿੱਚ ਕਾਫੀ ਹੱਦ ਤੱਕ ਜਿਹੜੀਆਂ ਪ੍ਰਾਈਵੇਟ ਹੈਲਥ ਕੇਅਰ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਪ੍ਰਾਈਵੇਟ ਹੈਲਥ ਹੈ ਜਿਹੜੀ ਬੜੀ ਵੀਕ ਹੈ। ਅਮਰੀਕਾ ਇਜ਼ ਐਨ ਐਗਜ਼ਾਮਪਲ ਕਿ ਜੇ ਪਬਲਿਕ ਹੈਲਥ ਸਿਸਟਮ ਵੀਕ ਹੋਵੇ, ਇਕਨੋਮਿਕਲੀ ਭਾਵੇਂ ਤੁਸੀਂ ਰਿਚ ਵੀ ਹੋਵੋ ਤਾਂ ਲਾਈਫ ਡਿਸਟਰੋਏ ਹੋਗੀ। ਅਮਰੀਕਾ ਦੇ ਵਿੱਚ ਮਿਨੀਮਮ 1 ਲੱਖ ਤੋਂ ਜ਼ਿਆਦਾ ਲੋਕੀ ਮਰਨਗੇ, 1 ਲੱਖ ਤੋਂ ਹੋ ਸਕਦਾ 2 ਲੱਖ ਵੀ ਲੋਕੀ ਮਰ ਜਾਣ। ਤਾਂ ਦਿਸ ਇਜ਼ ਐਨ ਐਗਜ਼ਾਮਪਲ ਕਿ ਦਿਸ ਇਜ਼ ਐਨ ਐਗਜ਼ਾਮਪਲ ਕਿ ਕੱਲਾ ਜਿਹੜਾ ਅਮੀਰੀ ਹੈ ਜਿਹੜੀ ਉਹ ਲੋਕਾਂ ਨੂੰ ਸਰਵ ਨਹੀਂ ਕਰ ਸਕੇਗੀ। ਸਾਨੂੰ ਪਬਲਿਕ ਹੈਲਥ ਸਿਸਟਮ ਹੈ ਉਹਨੂੰ ਇੰਪਰੂਵ ਕਰਨ ਦੀ ਲੋੜ ਹੈ। ਬਾਕੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿੱਥੇ ਅਲੱਗ ਪਾਲਿਸੀਆਂ ਅਡਾਪਟ ਕੀਤੀਆਂ, ਜਿਵੇਂ ਜਰਮਨੀ ਦੇ ਵਿੱਚ ਡੈਥਸ ਬਹੁਤ ਘੱਟ ਹੋਈਆਂ ਨੇ, ਸਾਊਥ ਕੋਰੀਆ 'ਚ ਐਗਜ਼ਾਮਪਲ ਘੱਟ ਹੈ, ਉੱਥੇ ਉਹਨਾਂ ਨੇ ਟੈਸਟਿੰਗ ਤੇ ਬਹੁਤ ਜ਼ੋਰ ਦਿੱਤਾ ਹੈ ਔਰ ਉਹ ਜਿੱਥੇ ਤੁਸੀਂ ਟੈਸਟਿੰਗ ਕਰੋਗੇ ਉੱਥੇ ਉਹਨਾਂ ਦਾ ਇਲਾਜ ਕਰੋਗੇ। ਇਹਨਾਂ ਮੁਲਕਾਂ ਦੇ ਵਿੱਚ ਇਹ ਇਹਨਾਂ ਨੇ ਕੀਤੇ। ਇੰਗਲੈਂਡ ਦੇ ਵਿੱਚ ਤਾਂ ਬੜੀ ਗਲਤ ਕਿਸਮ ਦੀ ਪਾਲਿਸੀ ਸ਼ੁਰੂ ਕਰ ਲਈ ਸੀ ਇਹਨਾਂ ਨੇ, ਪਰ ਸਹੀ ਟਾਈਮ ਤੇ ਉਹਨੂੰ ਚੇਂਜ ਕਰਤਾ। ਇਹ ਕਹਿ ਰਹੇ ਸੀਗੇ ਕਿ ਬਿਮਾਰੀ ਫੈਲਣ ਦਿਓ, ਕਿ ਕੋਈ ਗੱਲ ਨਹੀਂ, ਜਿਹੜੇ ਯੰਗ ਲੋਕ ਆ ਮਰਨਗੇ ਤਾਂ ਨਹੀਂ, ਪਰ ਉਹਨਾਂ 'ਚ ਬਿਮਾਰੀ ਫੈਲ ਕੇ ਉਹਨੂੰ ਅਸੀਂ ਕਹਿੰਦੇ ਹਰਡ ਇਮਿਊਨਿਟੀ। ਹਰਡ ਇਮਿਊਨਿਟੀ ਇਹ ਹੈ ਕਿ 50-60% ਲੋਕੀ ਉਹਨਾਂ ਨੂੰ ਬਿਮਾਰ ਹੋ ਜਾਣ ਤੇ ਬਿਮਾਰ ਹੋਣ ਤੋਂ ਬਾਅਦ ਜਦੋਂ ਠੀਕ ਹੋ ਜਾਣਗੇ ਤੇ ਨਾ ਉਹ ਕਿਸੇ ਨੂੰ ਇਨਫੈਕਟ ਕਰਨਗੇ, ਨਾ ਉਹਨਾਂ ਨੂੰ ਕੋਈ ਇਨਫੈਕਟ ਕਰੇਗਾ। ਤਾਂ ਕੁਝ ਸਾਇੰਟਿਸਟ ਨੇ ਡਿਸਕ੍ਰਾਈਬ ਕੀਤਾ ਕਿ ਇੱਕ ਤਾਂ ਬੜੀ ਵੱਡੀ ਇਹਦੇ 'ਚ ਡੈਥਸ ਹੋਣੀਆਂ ਬੜੇ ਵੱਡੇ ਲੈਵਲ ਤੇ, ਦੂਜਾ ਕੋਈ ਸ਼ੋਰਟੀ ਨਹੀਂ ਕਿ ਜੇ ਇੱਕ ਬੰਦਾ ਕਰੋਨਾ ਵਾਇਰਸ ਤੋਂ ਬਿਮਾਰ ਹੋ ਕੇ ਠੀਕ ਹੋ ਗਿਆ ਤਾਂ ਜ਼ਰੂਰੀ ਨਹੀਂ ਹੈ ਕਿ ਉਹਨੂੰ ਦੁਬਾਰਾ ਇਨਫੈਕਸ਼ਨ ਨਹੀਂ ਹੋ ਸਕਦੀ, ਉਹਨੂੰ ਦੁਬਾਰਾ ਵੀ ਇਨਫੈਕਸ਼ਨ ਹੋ ਸਕਦੀ ਹੈ। ਤਾਂ ਉਦੋਂ ਇਹਨਾਂ ਨੇ ਫਿਰ ਥੋੜੀ ਚੇਂਜ ਕੀਤਾ ਪਾਲਿਸੀ, ਹੁਣ ਥੋੜੇ ਠੀਕ ਵਾਲੇ ਪਾਸੇ ਆਏ ਨੇ ਪਰ ਲੇਟ ਆਏ ਨੇ ਇਸ ਪਾਸੇ। ਸੋ ਜਿਹੜੀ ਪਬਲਿਕ ਹੈਲਥ ਦਾ ਇਸ਼ੂ ਹੈ, ਟੈਸਟਿੰਗ ਦਾ ਇਸ਼ੂ ਹੈ, ਇਹ ਬਹੁਤ ਇੰਪੋਰਟੈਂਟ ਹੈ ਇਸ ਮਹਾਮਾਰੀ ਨਾਲ। ਪਰ ਮੈਂ ਇਹ ਵੀ ਕਹਾਂਗਾ ਕਿ ਇਕੱਲਾ ਇੱਥੇ ਨਹੀਂ ਸੈਟਲ ਕਰ ਦੇਣਾ ਚਾਹੀਦਾ, ਸਾਨੂੰ ਜਿਹੜਾ ਸਾਰਾ ਇਕਨੋਮਿਕ ਸਿਸਟਮ ਹੈ ਜਿਹੜਾ ਕਿ ਨੇਚਰ ਨੂੰ ਡਿਸਟਰੋਏ ਕਰਦਾ ਹੈ ਔਰ ਨੇਚਰ ਨੂੰ ਡਿਸਟਰੋਏ ਕਰਨ ਦੇ ਵਿੱਚੋਂ ਇਹੋ ਜਿਹੀਆਂ ਬਿਮਾਰੀਆਂ ਪੈਦਾ ਹੋਈਆਂ। ਇਹ ਵਾਇਰਸ ਪਹਿਲਾਂ ਨਹੀਂ ਹੈ, ਇਹ ਤੋਂ ਪਹਿਲਾਂ ਵੀ ਵਾਇਰਸ ਆਏ ਨੇ ਔਰ ਇਹ ਤੋਂ ਬਾਅਦ ਇਦੋਂ ਵੀ ਜ਼ਿਆਦਾ ਖਤਰਨਾਕ ਵਾਇਰਸ ਆ ਸਕਦੇ ਨੇ। ਇਸ ਕਰਕੇ ਜਿਹੜਾ ਕੱਲਾ ਇਹ ਜਿਹੜੀਆਂ ਮਾਈਕਰੋ ਪਾਲਿਸੀਜ਼ ਆ ਉਹਨਾਂ ਤੇ ਨਹੀਂ ਸਾਨੂੰ ਸੈਟੀਸਫਾਈ ਹੋ ਜਾਣਾ ਚਾਹੀਦਾ, ਜਿਹੜੀਆਂ ਡਿਜ਼ਾਈਨ ਹੀ ਚੇਂਜ ਕਰਨਾ ਪਏਗਾ। ਤਾਂ ਜੀ ਮੈਂ ਇਕੋ ਸੋਸ਼ਲਿਜ਼ਮ ਦਾ ਨਾਂ ਇਸੇ ਕਰਕੇ ਦਿੱਤਾ ਸੀ ਕਿ ਜਿਹੜਾ ਇਹ ਇਕਨੋਮਿਕ ਢਾਂਚਾ ਜਿਹੜਾ ਉਹ ਠੀਕ ਨਹੀਂ ਹੈ। Means to say India need a new economic model?
ਇੰਡੀਆ ਡਜ਼ ਨੀਡ ਨਿਊ ਇਕਨੋਮਿਕ ਮਾਡਲ। ਉਹਦੇ ਲਈ ਸਾਨੂੰ ਸਰਕਾਰ ਚੇਂਜ ਕਰਨੀ ਪਏਗੀ, ਨਵੀਆਂ ਪਾਰਟੀਆਂ ਪੋਲੀਟੀਕਲ ਪਾਰਟੀਜ਼ ਨੂੰ ਲੈਣਾ ਪਏਗਾ, ਤੁਹਾਡੇ ਵਰਗੇ ਲੋਕਾਂ ਨੂੰ ਉਦਮ ਕਰਕੇ ਇਹ ਜਿਹੇ ਇਨੀਸ਼ੀਏਟਿਵ ਚੇਂਜ ਕਰਨਾ ਪਏਗਾ। ਤੁਹਾਡੀਆਂ ਨੈਕਸਟ ਜਨਰੇਸ਼ਨ ਦਾ ਸਟੇਕ ਹੈ ਇਹਦੇ ਵਿੱਚ, ਕਿ ਤੁਹਾਡੇ ਬੱਚਿਆਂ ਦਾ, ਗ੍ਰੈਂਡ ਚਿਲਡਰਨ ਦਾ ਕੀ ਫਿਊਚਰ ਹੋਏਗਾ ਜੇ ਇਹ ਜਿਹਾ ਕੰਟਰੀ ਇਸ ਤਰ੍ਹਾਂ ਹੀ ਰਿਹਾ ਤਾਂ। Okay, why not our economists, so-called, we have very renowned economists, they are where are those people, why they are not contributing towards such kind of planning? ਉਹਨਾਂ ਦੀ ਟ੍ਰੇਨਿੰਗ ਬਹੁਤ ਗਲਤ ਹੋਈ ਹੈ, ਯੂ نو, ਉਹ ਦੇ ਆਰ ਟ੍ਰੇਨਡ ਇਨ ਨਿਊ ਲਿਬਰਲ ਇਕਨੋਮਿਕਸ, ਜਿਹੜੀ ਕਿ ਮਾਰਕੀਟ ਤੇ ਡਿਪੈਂਡ ਕਰਦੀ ਹੈ। ਉਹ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਕਨੋਮਿਕਸ ਦੀ ਟੀਚਿੰਗ ਬਹੁਤ ਗਲਤ ਹੋਈ ਹੈ। ਉਹ ਇਕਨੋਮਿਕਸ ਟੀਚਿੰਗ ਨੇ ਲੋਕਾਂ ਨੂੰ ਜਿਹੜੇ PhD ਕਰਾਈ ਉਸੇ ਤਰ੍ਹਾਂ ਹੀ ਕਰਾਈ ਹੈ, ਉਹੀ ਉਹ ਪੜ੍ਹਾ ਰਹੇ ਨੇ। ਸਾਨੂੰ ਇਕਨੋਮਿਕ ਸਬਜੈਕਟ ਨੂੰ ਚੇਂਜ ਕਰਨ ਦੀ ਲੋੜ ਹੈ, ਯੂ نو, ਕਿ ਜਿਹੜੀ ਕੁਆਲਿਟੀ ਆਫ ਲਾਈਫ ਹੈ, ਜਿਹੜੀ ਵੈਲ ਬੀਇੰਗ ਹੈ, ਉਹ ਕਿੰਨੀ ਇੰਪੋਰਟੈਂਟ ਹੈ। ਇਸ ਕਰਕੇ ਕੱਲਾ ਤੁਸੀਂ PhD ਲੈ ਲੈਣੀ ਕਿਸੇ ਜਗ੍ਹਾ ਤੋਂ doesn't make you a good economist. ਤੁਹਾਡੀ approach ਹੈ economics ਬਾਰੇ, ਉਹ ਬੜੀ important। Yes, thank you so much, sir. Sir, you have rightly said that this government is basically focusing on the deserts. They are showing figures only. And so my question from my side is that recently the Prime Minister has stressed upon the need of self-reliance, that we should be self-sufficient, or he has stressed upon Make in India concept. But as we all know that Make in India is a big failure. It would work, or do you think that how an Indian products can compete with the Chinese, as they have such a economies of scales and they have such prices which we can't have? What's your take on this? ਪਹਿਲੀ ਗੱਲ ਤੇ ਹੈ ਕਿ ਜਿਹੜੀ ਸੈਲਫ ਰਿਲਾਇੰਸ ਦਾ ਇਹਨਾਂ ਨੇ ਸਲੋਗਨ ਦਿੱਤਾ ਹੈ, ਉਹਦੇ ਵਿੱਚ ਹਿਪੋਕ੍ਰੇਸੀ ਹੈ ਕਿ BJP ਦੇ ਪੀਰੀਅਡ ਦੇ ਵਿੱਚ ਫੋਰਨ ਇਨਵੈਸਟਮੈਂਟ ਬਹੁਤ ਜ਼ਿਆਦਾ ਹੋਈ ਹੈ, ਮਲਟੀਨੈਸ਼ਨਲ ਕਾਰਪੋਰੇਸ਼ਨ ਦਾ ਜਿਹੜੀਆਂ ਉਹਨਾਂ ਨੂੰ ਬਹੁਤ ਖੁੱਲ੍ਹ ਦਿੱਤੀ ਗਈ ਹੈ। ਤਾਂ ਇਹ ਕਹਿਣਾ ਜਿਹੜਾ ਉਹਨਾਂ ਨੇ ਕਿਹਾ ਕਿ 200 ਕਰੋੜ ਤੱਕ ਜਿਹੜੀ ਹੈਗੀ ਹੈ, ਅਸੀਂ ਜਿਹੜੀ ਟੈਂਡਰ ਹੈ ਉਹਦੇ 'ਚ ਮਲਟੀਨੈਸ਼ਨਲ ਹੈ, ਬਾਹਰਲੇ ਲੋਕੀ ਨਹੀਂ ਪੇ ਕਰਨਗੇ। 200 ਕਰੋੜ ਤਾਂ ਬਹੁਤ ਥੋੜ੍ਹਾ ਹੈ। ਜਿਹੜੇ ਵੱਡੇ ਪ੍ਰੋਜੈਕਟ ਹੁੰਦੇ ਨੇ ਉਹ ਅਰਬਾਂ ਦੇ ਵਿੱਚ ਹੁੰਦੇ ਨੇ, ਉੱਥੇ ਉਹ ਉਹਨਾਂ ਨੇ ਉਹਦੇ ਤੇ ਫੋਰਨ ਟੈਂਡਰ ਨਹੀਂ ਕੀਤਾ। ਤਾਂ ਪਰ ਕਿਉਂ ਕਹਿ ਰਹੇ ਨੇ ਸੈਲਫ ਰਿਲਾਇੰਸ? ਕਿਉਂਕਿ BJP ਦੇ ਵਿੱਚ ਇੱਕ ਸਵਦੇਸ਼ੀ ਨਾਗਰਿਕ ਮੰਚ ਹੈ ਜਿਹੜਾ ਇਹ ਕਹਿੰਦਾ ਹੈ ਕਿ ਵੈਸਟਰਨਾਈਜੇਸ਼ਨ ਦੇ ਖਿਲਾਫ ਹੋਣਾ ਚਾਹੀਦਾ। ਸਾਡਾ ਨੈਸ਼ਨਲਿਜ਼ਮ ਹੈ, ਸਾਡਾ ਇੰਡੀਆ ਹੈ, ਜਿਹੜਾ ਸਾਡੀ ਇੰਡੀਅਨ ਟ੍ਰੈਡੀਸ਼ਨ ਹੈ, ਨੇਟਿਵ ਟ੍ਰੈਡੀਸ਼ਨ ਹੈ, ਉਹਨਾਂ ਨੂੰ ਰਾਜ ਕਰਨਾ ਚਾਹੀਦਾ। ਇਹ ਜਿਹੜਾ ਨੈਸ਼ਨਲਿਜ਼ਮ ਦਾ ਸੈਂਟੀਮੈਂਟ ਵਧਾਉਣਾ ਚਾਹੁੰਦੇ ਆ। ਇੱਕ ਪਾਸੇ ਇਹ ਬੜੀ ਇੰਟਰਸਟਿੰਗ ਕੰਟਰਾਡਿਕਟਰੀ ਹੈ। ਇੱਕ ਪਾਸੇ ਤਾਂ ਜਿਹੜੀ ਇੰਡੀਅਨ ਇਕਨੋਮੀ ਨੂੰ ਓਪਨ ਕਰਤਾ ਫੋਰਨ ਮਲਟੀਨੈਸ਼ਨਲ ਲਈ, ਔਰ ਦੂਜੇ ਪਾਸੇ ਲੋਕਾਂ ਨੂੰ ਇਹ ਸਲੋਗਨ ਦੇਣਾ ਕਿ ਤੁਸੀਂ ਸੈਲਫ ਰਿਲਾਇੰਸ ਕਰੋ। ਔਰ ਉਹ ਸੈਲਫ ਰਿਲਾਇੰਸ ਅਸਲ ਦੇ ਵਿੱਚ ਹੈ ਨਹੀਂ ਸੈਲਫ ਰਿਲਾਇੰਸ, ਯੂ نو, ਉਹ ਬਹੁਤ ਘੱਟ ਲੈਵਲ ਤੇ ਹੈ। ਦੂਜਾ ਇਹ ਹੈ ਕਿ ਕੰਪੀਟੀਸ਼ਨ ਤੋਂ ਕੀ ਭਾਵ ਹੈ? ਜੇ ਕੰਟਰੀ ਦੇ ਵਿੱਚ ਇੱਕ ਚੀਜ਼ ਪੈਦਾ ਹੋ ਰਹੀ ਹੈ ਜਿੱਥੇ ਲੋਕਾਂ ਨੂੰ ਬਹੁਤ ਘੱਟ ਮਜ਼ਦੂਰੀ ਦਿੱਤੀ ਜਾ ਰਹੀ ਹੈ, ਲੇਬਰ ਸਟੈਂਡਰਡਸ ਬਹੁਤ ਪੂਅਰ ਨੇ, ਵਿਮਨ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਔਰ ਰਿਸੋਰਸਿਸ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ, ਔਰ ਉਹ ਘੱਟ ਕੀਮਤ ਤੇ ਪੈਦਾ ਕਰਨ, ਤਾਂ ਉਹਨੂੰ ਅਸੀਂ ਐਕਸੈਪਟ ਕਰਾਂਗੇ? ਨਹੀਂ। ਵੈਸਟ ਦੇ ਵਿੱਚ ਹੁਣ ਬੜੀ ਵੱਡੀ ਇਹ ਲਹਿਰ ਉੱਠ ਰਹੀ ਹੈ ਕਿ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਹ ਜਿਹੜੀ ਪ੍ਰੋਡਕਟ ਹੈ ਕਿੱਥੋਂ ਪੈਦਾ ਹੋਇਆ। ਜਿਵੇਂ ਫਾਰ ਐਗਜ਼ਾਮਪਲ ਸਿਆਲਕੋਟ ਇੱਕ ਜਗ੍ਹਾ ਹੈ ਪਾਕਿਸਤਾਨ ਦੇ ਵਿੱਚ, ਉੱਥੋਂ ਫੁੱਟਬਾਲ ਪੈਦਾ ਹੁੰਦੇ ਸੀ ਜਿਹੜੇ ਕਿ ਖਰੀਦੇ ਜਾਂਦੇ ਸੀ। ਜਦੋਂ ਇੱਥੇ ਲੋਕਾਂ ਨੂੰ ਪਤਾ ਲੱਗਾ ਕਿ ਉਹ ਫੁੱਟਬਾਲ ਪੈਦਾ ਕਰਨ ਲਈ ਚਾਈਲਡ ਲੇਬਰ ਯੂਜ਼ ਹੋ ਰਿਹਾ, ਉਹਨਾਂ ਨੇ ਬਾਈਕਾਟ ਕਰਨਾ ਸ਼ੁਰੂ ਕੀਤਾ। ਇਸੇ ਤਰ੍ਹਾਂ UP ਦੇ ਵਿੱਚੋਂ ਕਾਰਪੈਟਸ ਜਾਂਦੇ ਸੀ ਜਰਮਨੀ ਦੇ ਵਿੱਚ ਤੇ ਹੋਰ ਨਾ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਕਾਰਪੈਟਸ ਤਾਂ ਬੜੇ ਛੋਟੇ ਛੋਟੇ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾਂਦਾ, ਉਹ ਕਾਰਪੈਟਸ ਦੀ ਜਿਹੜੀ ਆ ਬਾਈਕਾਟ ਕੰਪੇਨ ਸ਼ੁਰੂ ਹੋ ਗਈ। ਇਸ ਕਰਕੇ ਕੰਪੀਟ ਕਰਨਾ ਆਪਣੇ ਆਪ ਦੇ ਵਿੱਚ ਕੋਈ ਇੰਪੋਰਟੈਂਟ ਨਹੀਂ ਹੈ। ਕਿਸ ਚੀਜ਼ ਤੇ ਕੰਪੀਟ ਕਰਦੇ ਹੋ ਤੁਸੀਂ? ਯੂ نو, ਇੱਕ ਕੰਟਰੀ ਹੈ ਜਿਹੜਾ ਉਹਦੀ GDP ਪਰ ਕੈਪੀਟਾ ਹੋ ਸਕਦੀ, ਘੱਟ ਹੋ ਸਕਦੀ, ਪਰ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੋ ਸਕਦੀ ਹੈ। ਜਿਵੇਂ ਸਿਲੋਨ ਹੈ, ਸ਼੍ਰੀਲੰਕਾ ਹੈ। ਸ਼੍ਰੀਲੰਕਾ ਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਘੱਟ ਹੈ, ਪਰ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਇੰਡੀਆ ਨਾਲੋਂ ਕਿਤੇ ਬੈਟਰ ਹੈ। ਕਿਊਬਾ ਜਿਹੜਾ ਉਹ ਇਟਸ ਨਾਟ ਏ ਡਿਵੈਲਪਡ ਕੰਟਰੀ ਕੰਪੇਅਰਡ ਵਿਦ ਅਮਰੀਕਾ, ਇਟਸ ਏ ਪੂਅਰ ਕੰਟਰੀ। ਪਰ ਕਿਊਬਾ ਦੇ ਵਿੱਚ 100% ਲਿਟਰੇਸੀ ਹੈ ਔਰ ਕਿਊਬਾ 'ਚ 100% ਲੋਕਾਂ ਨੂੰ ਹੈਲਥ ਕੇਅਰ ਹੈ, ਯੂ نو। ਸੋ ਇਸ ਕਰਕੇ ਕੱਲੀ ਕੰਪੀਟੀਸ਼ਨ ਇਕਨੋਮਿਕ ਲੈਵਲ ਤੇ ਜਿਹੜਾ ਟ੍ਰੈਡੀਸ਼ਨਲ ਇਕਨੋਮਿਕ ਮਾਡਲ ਹੈ ਉਹ ਫਲॉड ਹੈ। सर मैं हेलो सर, हाँ जी मैम, आवाज आ रही है जी मेरी? आ रही है। हाँ सर, मेरा नाम अम्बुज शर्मा है और मैं अभी यहाँ जानता हूँ आपको। जी सर, फिरोजपुर से है ना? जी सर, मैं फिरोज
ਤੋਂ ਹਾਂ ਸਰ, ਅੱਜਕੱਲ ਚੰਡੀਗੜ੍ਹ ਦੇ ਵਿੱਚ ਹਾਂ ਸਰ। ਅੱਛਾ ਅੱਛਾ, ਠੀਕ ਹੈ ਠੀਕ ਹੈ। ਮੈਂ ਸਰ ਪਹਿਲਾਂ ਮੈਡਮ ਤੇਜਿੰਦਰ ਕੌਰ ਧਾਲੀਵਾਲ ਜੀ ਦਾ ਧੰਨਵਾਦ ਦੇਣਾ ਚਾਹਾਂਗਾ, ਜਿਨ੍ਹਾਂ ਨੇ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ, ਤੇ ਤੁਹਾਡੇ ਨਾਲ ਇਸ ਬਹੁਤ ਜਿਹਨੂੰ ਕਹਿੰਦੇ ਸੈਂਸਿਟਿਵ ਇਸ ਚਰਚਾ ਤੇ ਕਿ ਇਕਨੋਮੀ ਨੂੰ ਕਿੱਦਾਂ ਦੇਖਣਾ ਹੈ। ਤੇ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇਹ ਮੌਕਾ ਦੇ ਰਹੇ ਹੋ, ਤੇ ਡਾਕਟਰ ਜਗਮੀਤ ਦਾ ਜਿਨ੍ਹਾਂ ਨੇ ਪੂਰਾ ਇਹ ਆਰਗੇਨਾਈਜ਼ ਕੀਤਾ ਹੈਗਾ। ਡਾਕਟਰ ਪ੍ਰੀਤਮ, ਜਿਹੜੀ ਗੱਲ ਤੁਸੀਂ ਰੱਖੀ ਹੈਗੀ ਹੈ ਬਹੁਤ ਹੀ ਮਜ਼ਬੂਤੀ ਦੇ ਨਾਲ, ਇਕਨੋਮੀ ਨੂੰ ਇੱਕ ਵੈਲ ਬੀਇੰਗ ਦੇ ਟਰਮਸ ਦੇ ਵਿੱਚ ਅਸੀਂ ਕਿੱਦਾਂ ਡਿਫਾਈਨ ਕਰਾਂਗੇ। ਜਿਹੜਾ ਪੈਰਾਮੀਟਰ ਪ੍ਰੋਫਿਟ ਦਾ ਹੈਗਾ, ਉਹ ਪ੍ਰੋਫਿਟ ਕਰੰਸੀ ਦੇ ਨਾਲ ਨਾ ਦੇਖ ਕੇ ਇੱਕ ਇਨਸਾਨ ਨੂੰ ਕਿੱਦਾਂ ਉਹ ਕਿਸ ਮਤਲਬ ਉਹ ਇੱਕ ਚੰਗੀ ਸਿਹਤ, ਇੱਕ ਚੰਗਾ ਵਾਤਾਵਰਣ, ਮਤਲਬ ਉਹਦੇ ਮਾਪਦੰਡ ਇਹਨਾਂ ਕਨਸੈਪਟਸ ਤੇ ਹੋਣੇ ਚਾਹੀਦੇ ਹੈ। ਤੇ ਜਿਹੜੀ ਗ੍ਰੀਨ ਇਕਨੋਮੀ ਦੇ ਪੈਰਾਡਾਈਮ ਨੂੰ ਤੁਸੀਂ ਬਿਲਡ ਕਰ ਰਹੇ ਹੋ, ਉਹ ਅੱਜ ਦੇ ਦੌਰ ਦੇ ਵਿੱਚ ਸਾਨੂੰ ਮਤਲਬ ਇੱਕ ਬਹੁਤ ਇੱਕ ਫਿਲੋਸੋਫੀਕਲ ਪਰਸਪੈਕਟਿਵ ਨਾਲ ਇੱਕ ਸੋਚ ਦੇ ਰਿਹਾ ਹੈ, ਜਿਹੜੇ ਮਤਲਬ ਸਾਡੇ ਕਲਚਰ ਦੇ ਵਿੱਚ ਜਿਵੇਂ ਕਿਰਤ ਜਿਹੜਾ ਹੈਗਾ, ਸਾਨੂੰ ਮਤਲਬ ਸਿੱਖ ਧਰਮ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਰਤ ਕਰੋ, ਵੰਡ ਛਕੋ, ਤੇ ਉਸ ਵੱਲ ਮਤਲਬ ਅਸੀਂ ਆਪਣੀ ਇਸ ਇਕਨੋਮੀ ਨੂੰ ਕਿੱਦਾਂ ਆਪਣੇ ਵਾਤਾਵਰਣ ਦੇ ਨਾਲ ਜੋੜ ਕਰ ਉਹਨੂੰ ਵੇਖਾਂਗੇ। ਤੇ ਤੁਹਾਡੇ ਵਰਕਸ, ਤੁਹਾਡੀ ਆਰਟੀਕਲਸ ਦੇ ਵਿੱਚ ਇਹ ਚੀਜ਼ ਕਾਫੀ ਮਤਲਬ ਸਾਫ਼ ਢੰਗ ਨਾਲ ਮਤਲਬ ਸਾਡੇ ਸਾਹਮਣੇ ਆ ਰਹੀ ਹੈ। ਮੇਰਾ ਸਵਾਲ ਤੁਹਾਡੇ ਤੋਂ ਅੱਜ ਦੇ ਦੌਰ ਨੂੰ ਲੈ ਕੇ, ਇਸ ਕੋਵਿਡ ਟਾਈਮਸ ਨੂੰ ਲੈ ਕੇ ਇਹ ਹੈਗਾ ਕਿ ਸਿੱਖਿਅਕ ਸੰਸਥਾਵਾਂ ਜਿਹੜੀਆਂ ਨੇ, ਮਤਲਬ ਇੱਕ ਜਿਹੜਾ ਐਜੂਕੇਸ਼ਨ ਦਾ ਜਿਹੜਾ ਸਿਸਟਮ ਜਿਹੜਾ ਹੈਗਾ, ਮਤਲਬ ਉਹਦੇ ਵਿੱਚ ਅੱਜ ਜਿਹੜੇ ਸੋਸ਼ੋਲੋਜਿਸਟ ਨੇ ਜਾਂ ਜਿਹੜੇ ਐਜੂਕੇਸ਼ਨ ਦੇ ਨਾਲ ਜਿਹੜੇ ਜੁੜੇ ਹੋਏ ਨੇ, ਉਹ ਸਾਰੇ ਬੱਚੇ ਜਿਹੜੇ ਵੱਖਰੇ ਵੱਖਰੇ ਮਤਲਬ ਦਾਇਰੇ ਤੋਂ ਆਪਣੀ ਸਿੱਖਿਆ ਲੈਣ ਦੇ ਲਈ ਇਸ ਸੰਸਥਾ ਦੇ ਵਿੱਚ ਆਉਂਦੇ ਨੇ, ਤੇ ਉਹਨਾਂ ਦੇ ਪਿਛੋਕੜ ਜਾਂ ਉਹਨਾਂ ਦੀ ਸਮਾਜਿਕਤਾ ਦੇ ਜਿਹੜੇ ਸਵਾਲ ਨੇ, ਬਿਹਤਰੀ ਦੇ ਉਹਦੇ, ਉਹ ਸਿੱਖਿਅਕ ਸੰਸਥਾਵਾਂ ਦੇ ਵਿੱਚ ਕਿਸ ਤਰ੍ਹਾਂ ਸ਼ਾਮਿਲ ਹੋਣਗੇ। ਮਤਲਬ ਮਿਸਾਲ ਦੇ ਤੌਰ ਤੇ ਮੈਂ ਮਤਲਬ ਇੱਕ ਰੁਝਾਨ ਦੇਣਾ ਚਾਹਾਂਗਾ ਇੱਕ ਸੋਸ਼ੋਲੋਜੀ ਦੀ ਸਟੱਡੀ ਨੂੰ ਲੈ ਕੇ। ਮਤਲਬ ਕੋਵਿਡ ਟਾਈਮਸ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਵੱਡੇ ਤੌਰ ਤੇ ਖੜੀ ਹੁੰਦੀ ਜਾ ਰਹੀ ਹੈ ਛੋਟੇ ਕਾਮਗਾਰ ਇਨਸਾਨਾਂ ਦੇ ਲਈ। ਮਸਲਨ ਜਿਵੇਂ ਆਟੋ ਵਾਲਿਆਂ ਦਾ ਮੈਂ ਲਵਾਂਗਾ, ਹਾਲਾਂਕਿ ਮਤਲਬ ਤੁਸੀਂ ਜਿਸ ਗ੍ਰੀਨ ਇਕਨੋਮੀ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਸਾਈਕਲ ਤੇ ਤੁਰ ਕੇ ਜਾਣ ਤੇ ਜ਼ੋਰ ਦੇ ਰਹੇ ਹੋ, ਮਗਰ ਇੱਕ ਆਟੋ ਵਾਲਾ ਜਿਹੜਾ ਲੋਨ ਤੇ ਆਪਣਾ ਆਟੋ ਲੈ ਕੇ ਆ ਰਿਹਾ ਹੈਗਾ, 2-3 ਮਹੀਨੇ ਤੋਂ ਉਹਦੀ ਕਿਸ਼ਤਾਂ ਵੀ ਨਹੀਂ ਦੇ ਪਾ ਰਿਹਾ ਹੈਗਾ। ਸਰਕਾਰਾਂ ਨੂੰ ਕੀ ਛੋਟੇ ਕਾਮਗਰ ਜਿਹੜੇ ਨੇ ਉਹਨਾਂ ਨੂੰ ਜਿਹੜੇ ਲੋਨ ਦਿੱਤੇ ਗਏ ਨੇ ਉਹ ਪੂਰੀ ਤੌਰ ਤੇ ਕੀ ਮਾਫ ਨਹੀਂ ਕੀਤੇ ਜਾਣੇ ਚਾਹੀਦੇ ਆ? ਮਤਲਬ ਉਹ ਆਪਣੇ ਪਰਿਵਾਰ ਦਾ ਵੀ ਖਰਚਾ ਉਠਾ ਰਿਹਾ ਹੈ ਤੇ ਉਹਨੂੰ ਕਿਸ਼ਤਾਂ ਵੀ ਦੇਣੀਆਂ ਨੇ ਆਪਣੀ ਇੱਕ ਛੋਟੇ ਆਟੋ ਦੀ। ਮੈਂ ਇੱਕ ਛੋਟੇ ਦੀ ਆਟੋ ਵਾਲੇ ਦੀ ਗੱਲ ਇੱਥੇ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਉਹ ਸਮਾਜ ਦੇ ਵਿੱਚ ਉਹ ਵੀ ਆਪਣੀ ਇੱਕ ਜਗ੍ਹਾ ਰੱਖਦਾ ਹੈਗਾ, ਤੇ ਸਵਾਰੀਆਂ ਨਾ ਮਿਲਣ ਦੇ ਕਾਰਨ ਤੇ ਉਤੋਂ ਲੋਨ ਦੀ ਜਿਹੜੀ ਰਕਮ ਲਗਾਤਾਰ ਉਹਦੇ ਤੇ ਵੱਧਦੀ ਜਾਵੇਗੀ, 3 ਮਹੀਨੇ ਬਾਅਦ ਵੀ ਉਹਨੂੰ ਦੇਣਾ ਹੈ। ਕੇਵਲ ਉਹਨੂੰ ਐਕਸਟੈਂਡ ਕਰਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਅੱਜ ਉਹ ਉਭਰ ਪਾਏਗਾ ਕਿ ਉਹਨੂੰ ਮਤਲਬ ਉਹਨੂੰ ਪੂਰੀ ਦੀ ਪੂਰੀ ਮਤਲਬ ਜਿਹਨੂੰ ਕਹਿੰਦੇ ਉਹਦੇ ਪੂਰੇ ਲੋਨ ਮਾਫ ਹੋਣੇ ਚਾਹੀਦੇ ਹੈ ਜਿਹੜੇ ਛੋਟੇ ਕਾਮਗਾਰ ਨੇ। ਤੇ ਤੁਸੀਂ ਇਸ ਪੂਰੇ ਪਰਸਪੈਕਟਿਵ ਨੂੰ ਹਾਲਾਂਕਿ ਤੁਸੀਂ ਆਪਣੇ ਵਿਚਾਰ ਦੇ ਵਿੱਚ ਰੱਖਿਆ ਹੈਗਾ, ਪਰ ਮੈਂ ਚਾਹਾਂਗਾ ਕਿ ਤੁਸੀਂ ਮਤਲਬ ਇਸ ਕਲਾਸ ਦੇ ਵਰਕ ਦੇ ਵਿੱਚ ਜਿਹੜਾ ਮਤਲਬ ਇੱਕ ਬਾਇਸ ਤੌਰ ਤੇ ਮਤਲਬ ਜਿਹੜਾ ਇਕਨੋਮੀ ਦਾ ਜਿਹੜਾ ਡਿਸਟ੍ਰੀਬਿਊਸ਼ਨ ਹੈਗਾ ਤੇ ਲੋਨ ਵੇਵਰ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਛੋਟੇ ਕਾਮਗਾਰ ਦੇ ਲਈ? ਜਿਹੜਾ ਛੋਟੇ ਕਿਸਾਨ ਨੇ, ਛੋਟੇ ਮਜ਼ਦੂਰ ਨੇ, ਛੋਟੇ ਕੰਮ ਵਾਲੇ ਨੇ, ਇਕੱਲੇ ਆਟੋ ਵਾਲੇ ਨਹੀਂ, ਹੋਰ ਵੀ ਆਪਾਂ ਇਸ ਤਰ੍ਹਾਂ ਦੀਆਂ ਕਈ ਗਿਣਤੀਆਂ ਨੇ, ਛੋਟੇ ਦੁਕਾਨਦਾਰ ਨੇ, ਛੋਟੇ ਸ਼ੌਪਕੀਪਰਸ ਨੇ, ਚਾਹ ਪਾਣੀ ਦੀ ਦੁਕਾਨ ਜਿਨ੍ਹਾਂ ਦੀ ਸੀ ਉਹ ਵੀ, ਉਹਨਾਂ ਨੂੰ ਵੀ ਆਮਦਨ ਨਹੀਂ ਹੋ ਰਹੀ, ਉਹਨਾਂ ਦੀ ਬੜੀ ਵੱਡੀ ਹੈ। ਹੁਣ ਜਿਹੜਾ ਇੱਕ ਕਨਸੈਪਟ ਡਿਵੈਲਪ ਹੋ ਰਿਹਾ ਹੈ ਉਹ ਇਹ ਹੈ ਕਿ ਯੂਨੀਵਰਸਲ ਬੇਸਿਕ ਇਨਕਮ, ਕਿ ਹਰ ਸ਼ਹਿਰੀ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਇੱਕ ਬੇਸਿਕ ਇਨਕਮ ਉਹਦੀ ਹੋਣੀ ਚਾਹੀਦੀ ਹੈ। And that is the responsibility of the government, ਕਿ ਇੱਕ ਉਹ ਅਲੱਗ-ਅਲੱਗ ਕੰਟਰੀ ਦੇ ਵਿੱਚ ਅਲੱਗ-ਅਲੱਗ ਲੈਵਲ ਤੇ ਡਿਟਰਮਨ ਕੀਤਾ ਜਾ ਸਕਦਾ ਹੈ ਕਿ ਇੱਕ ਐਸੀ ਯੂਨੀਵਰਸਲ ਬੇਸਿਕ ਇਨਕਮ ਹੋਵੇ ਜਿਹਦੇ 'ਚੋਂ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰ ਸਕਣ, ਕੱਪੜੇ ਰਹਿ ਸਕਣ, ਘਰ ਦੇ ਵਿੱਚ ਰਹਿ ਸਕਣ, ਔਰ ਹਰ ਇੱਕ ਨੂੰ ਇਹ ਫੰਡਾਮੈਂਟਲ ਰਾਈਟ ਹੋਣਾ ਚਾਹੀਦਾ ਐਜ਼ ਏ ਰਾਈਟ। ਇਹ ਇੱਥੋਂ ਪੈਦਾ ਹੋ ਰਿਹਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਵੱਡੇ ਲੈਵਲ ਤੇ ਅਨਇੰਪਲੋਇਮੈਂਟ ਹੋਰ ਵੀ ਹੋਏਗੀ। ਅਨਇੰਪਲੋਇਮੈਂਟ ਇੱਕ ਤਾਂ ਹੈ ਕਿ ਜਿਹੜੇ ਬਿਜ਼ਨਸ ਫੇਲ ਹੋਣਗੇ ਇਹਦੇ 'ਚੋਂ, ਦੂਜੀ ਅਨਇੰਪਲੋਇਮੈਂਟ ਹੋਏਗੀ ਆਟੋਮੇਸ਼ਨ 'ਚੋਂ।
ਜਿਹੜੀ ਰੋਬੋਟਾਈਜੇਸ਼ਨ ਹੋ ਰਹੀ ਹੈ ਬੜੇ ਵੱਡੇ ਲੈਵਲ ਤੇ ਰੋਬੋਟਾਈਜੇਸ਼ਨ ਹੋ ਰਹੀ ਹੈ, ਤੁਹਾਡੇ ਐਜੂਕੇਸ਼ਨ ਸੈਕਟਰ ਨੂੰ ਵੀ ਇਹ ਅਫੈਕਟ ਕਰੇਗੀ ਕਿ ਜਿਹੜੀ ਫੇਸ ਟੂ ਫੇਸ ਟੀਚਿੰਗ ਹੈ ਇਹ ਬੜੀ ਹੋ ਸਕਦਾ ਘੱਟ ਹੋ ਜਾਵੇ, ਔਰ ਉਹਦੇ ਨਾਲ ਕੁਦਰਤੀ ਗੱਲ ਹੈ ਨੰਬਰ ਆਫ ਲੈਕਚਰਰਸ ਵਿਚ ਆਰ ਰਿਕੁਆਇਰਡ ਮਾਈਟ ਬੀ ਆਲਸੋ ਰਿਡਿਊਸ, ਤਾਂ ਉਹ ਅਨਇੰਪਲੋਇਮੈਂਟ ਹੋਏਗੀ। ਪਰ ਜੇ ਅਨਇੰਪਲੋਇਮੈਂਟ ਹੁੰਦੀ ਹੈ, ਉਹਨਾਂ ਲੋਕਾਂ ਕੋਲ ਇਨਕਮ ਨਹੀਂ ਹੈ, ਤਾਂ ਉਹ ਸਪੈਂਡ ਕਿੱਥੇ ਕਰਨਗੇ? ਇਸ ਕਰਕੇ ਉਹ ਕੈਪੀਟਲਿਸਟ ਇਕਨੋਮੀ ਦੀ ਵੀ ਆਪਣੀ ਨੀਡ ਹੈ ਕਿ ਕੈਪੀਟਲਿਸਟ ਇਕਨੋਮੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਆਪਣੇ ਆਪ ਪ੍ਰੋਫਿਟ ਨਹੀਂ ਦਿੰਦੀ। ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਉਹ ਜਦੋਂ ਵਿਕਦੀ ਹੈ ਉਦੋਂ ਪ੍ਰੋਫਿਟ ਹੁੰਦਾ, ਜੇ ਉਹ ਵਿਕੇ ਨਾ ਤਾਂ ਪ੍ਰੋਫਿਟ ਨਹੀਂ ਹੋ ਸਕਦਾ, ਉਹ ਵੇਸਟ ਹੋ ਜਾਂਦੀ ਹੈ। ਇਸ ਕਰਕੇ ਸਰਕਾਰਾਂ ਨੂੰ ਇਹ ਲੋੜ ਪੈ ਰਹੀ ਹੈ ਕਿ ਲੋਕਾਂ ਦੇ ਹੱਥਾਂ ਦੇ ਵਿੱਚ ਇਨਕਮ ਹੋਣੀ ਚਾਹੀਦੀ। ਜਿਹੜੇ ਲੋਨ ਮਾਫ ਕਰ ਰਹੇ ਨੇ